जियो मैं मूर्ख की केतक बात है, कोट परादी तरियारे। गुरु नानक जिन सुनया पेखिया, सिफिर गरबासना परियारे। गगन दमामा बाजियो, परियो निशाने खाओ। खेत जमांडियो सूरमा, अब जूजन को दाओ। सूरा सो पहचानिए, जो लरे दीन के हेत। पुरजा पुरजा कट मरे, कबू न छाड़े खेत। क्या जाना किब मरेंगे, कैसा मरना हुए। जेकर साहिब मनो न विसरै, ता सैला मरना हुए। कबीर मरता मरता जग मुआ, मर भी ना जाने कोई। ऐसी मरनी जो मरे, बौर ना मरना होए। ऐसी मरनी जो मरे, बौर ना मरना होए। जुगो जुग अटल शब्द गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਗੁਰਬਾਣੀ ਪਾਠ ਸਰਵਣ ਕਰ ਰਹੇ ਸੀ। ਲੜੀਵਾਰ ਸਿੱਖ ਇਤਿਹਾਸ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਕੱਲ ਸਵੇਰ ਦੇ ਦੀਵਾਨ ਵਿੱਚ ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੱਖ ਔਰ ਕਿਹੜੀਆਂ ਉਹਨਾਂ ਨੇ ਲੜਾਈਆਂ ਲੜੀਆਂ ਸੰਖੇਪ ਰੂਪ ਵਿੱਚ ਸ਼ਾਰਟ ਰੂਪ ਵਿੱਚ ਤੁਹਾਡੇ ਸਾਹਮਣੇ ਰੱਖਿਆ ਹੈ। ਅਗਲੀ ਵਿਚਾਰ ਨਾਲ ਜੁੜਨ ਦਾ ਯਤਨ ਕਰਾਂਗੇ। ਜਿਤਨੀ ਵੀ ਸੰਗਤ ਜੁੜ ਬੈਠੀ ਹੈ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਵੱਲੋਂ ਹੁਕਮ ਹੋਇਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਰਿਵਾਰ ਬਾਰੇ, ਉਹਨਾਂ ਦੇ ਬੱਚਿਆਂ ਬਾਰੇ, ਉਹਨਾਂ ਦੀ ਧਰਮ ਸੁਪਤਨੀ ਬਾਰੇ ਦੱਸਿਆ ਜਾਏ। ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਇਹ ਜੰਗਾਂ ਲੜਦੇ ਹਨ, ਸਰਹੰਦ ਫਤਿਹ ਕੀਤੀ ਜਾਂਦੀ ਹੈ 12 ਮਈ 1710 ਨੂੰ, ਤੇ 1710 ਦੇ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਾਦੀ ਸਰਹੰਦ ਵਿੱਚ ਹੁੰਦੀ ਹੈ। ਉਹਨਾਂ ਦੀ ਪਤਨੀ ਦਾ ਨਾਮ ਹੈ ਬੀਬੀ ਸਾਹਿਬ ਕੌਰ। ਜਦੋਂ ਹੁਣ ਹਾਲਾਤ ਦਿਨ ਬ ਦਿਨ ਹੋਰ ਵਿਗੜਦੇ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਪਤਨੀ ਸੀ ਬੀਬੀ ਸਾਹਿਬ ਕੌਰ, ਉਹ ਜਿੱਥੇ ਉਹਨਾਂ ਦਾ ਪਿਛੋਕੜ ਜੰਮੂ ਸੀਗਾ, ਟਾਂਡੇ ਦੇ ਜਿੱਥੋਂ ਦੇ ਰਹਿਣ ਵਾਲੇ ਸਨ, ਉਹ ਉੱਥੇ ਚਲੇ ਜਾਂਦੇ ਹਨ। ਉਹਨਾਂ ਦੀ ਕੁੱਖ ਵਿੱਚੋਂ ਇੱਕ ਪੁੱਤਰ ਪੈਦਾ ਹੁੰਦਾ ਜਿਹਦਾ ਨਾਮ ਹੁੰਦਾ ਰਣਜੀਤ ਸਿੰਘ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਦੂਸਰੀ ਸ਼ਾਦੀ ਹੁੰਦੀ ਹੈ ਬੀਬੀ ਸੁਸ਼ੀਲ ਕੌਰ ਨਾਲ, ਜਿਹੜੀ 1711 ਦੇ ਵਿੱਚ ਹੁੰਦੀ ਹੈ। ਇਹ ਇੱਕ ਰਾਜ ਪਰਿਵਾਰ ਘਰਾਣੇ ਦੀ ਜਿਹੜੀ ਧੀ ਸੀਗੀ, ਔਰ ਇਹਨਾਂ ਦੀ ਕੁੱਖ ਚੋਂ ਪੈਦਾ ਹੁੰਦਾ ਹੈ ਪੁੱਤਰ ਅਜੇ ਸਿੰਘ, ਜਿਸ ਦਾ ਦਿੱਲੀ ਦੇ ਵਿੱਚ 6 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਹੁੰਦੀ ਹੈ, ਔਰ ਉਸ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਜਾਂਦਾ ਹੈ। ਰਣਜੀਤ ਸਿੰਘ ਦਾ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਉਹਨਾਂ ਦਾ ਪੁੱਤਰ ਹੈ ਰਣਜੀਤ ਸਿੰਘ, ਫਿਰ ਉਹ ਸਰੀਰ ਕਰਕੇ ਜਿਸ ਤਰ੍ਹਾਂ ਵੱਡਾ ਹੁੰਦਾ, ਅੱਗੋਂ ਉਹਦੇ 2 ਪੁੱਤਰ ਹੁੰਦੇ ਨੇ। ਔਰ ਉਹਨਾਂ ਪੁੱਤਰਾਂ ਦੇ ਨਾਮ ਵੀ ਦੇਖੋ, ਕਮਾਲ ਦੀ ਗੱਲ ਹੈ ਕਿ ਜੋਰਾਵਰ ਸਿੰਘ ਔਰ ਫਤਿਹ ਸਿੰਘ ਰੱਖਿਆ ਜਾਂਦਾ ਹੈ। ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ
ਬਾਬਾ ਜੋਰਾਵਰ ਔਰ ਬਾਬਾ ਫਤਿਹ ਸਿੰਘ ਦਾ ਬਦਲਾ ਲਿਆ ਹੈ, ਤੇ ਉਹਦਾ ਜਿਹੜਾ ਪੁੱਤਰ ਰਣਜੀਤ ਸਿੰਘ ਹੈ, ਜਿਹੜਾ ਤੁਸੀਂ ਕੁਰਸੀਨਾਮਾ ਪੜ੍ਹਦੇ ਹਾਂ ਤਾਂ ਉਹਦੇ ਪੁੱਤਰਾਂ ਦਾ ਨਾਮ ਵੀ ਜੋਰਾਵਰ ਔਰ ਫਤਿਹ ਸਿੰਘ ਰੱਖਿਆ ਜਾਂਦਾ ਹੈ। ਅੱਗੋਂ ਉਸ ਦੀ ਔਲਾਦ ਹੁੰਦੀ ਹੈ ਔਰ 1708 ਤੋਂ ਲੈ ਕੇ 1944 ਤੱਕ 1944 ਤੱਕ ਦਾ ਕੁਰਸੀਨਾਮਾ ਜਿਹੜਾ ਹੈ ਉਹਨਾਂ ਦੇ ਪਰਿਵਾਰ ਦਾ ਮਿਲਦਾ ਹੈ। ਔਰ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਹਿਲੀ ਪਤਨੀ ਹੈ ਸਾਹਿਬ ਕੌਰ, ਉਹ ਤਾਂ ਜਿੰਦਾ ਰਹਿੰਦੇ ਨੇ, ਉਹਨਾਂ ਦਾ ਪੁੱਤਰ ਰਣਜੀਤ ਸਿੰਘ ਹੈ। ਔਰ ਬੀਬੀ ਸੁਸ਼ੀਲ ਕੌਰ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੀ ਉਹਨਾਂ ਦੇ ਨਾਲ ਸ਼ਹੀਦ ਕੀਤਾ ਜਾਂਦਾ ਹੈ। ਔਰ ਸਰਦਾਰ ਅਮਰ ਸਿੰਘ ਕੰਬੋਜ ਜੋ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦੇ ਟੁਕੜੇ ਜਿਹੜੇ ਨੇ, ਮਾਸ ਦੇ ਟੁਕੜੇ, ਦਿੱਲੀ ਤੋਂ ਲੈ ਕੇ ਔਰ ਫਿਰ ਉਹ ਪੁੰਛ ਦੇ ਇਲਾਕੇ ਜਾ ਕੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਉਹਨਾਂ ਦੇ ਸਰੀਰ ਦੇ ਟੁਕੜਿਆਂ ਦਾ ਸੰਸਕਾਰ ਕੀਤਾ ਜਾਂਦਾ ਹੈ। ਸੋ ਆਓ, ਬਹੁਤ ਅੱਛੀ ਗੱਲ ਹੈ ਕਿ ਸੰਗਤ ਵੱਲੋਂ ਵੀ ਜੋ ਵਿਚਾਰ ਕਰਨੀ ਚਾਹੀਦੀ, ਮਹਾਰਾਜ ਕਹਿੰਦੇ ਵਿਚਾਰ ਅੱਗੇ ਵਿਚਾਰੀਏ, ਵਿਚਾਰ ਕਰਨੀ ਚਾਹੀਦੀ ਹੈ ਕਿ ਜੋ ਮਨ ਦੀ ਭਾਵਨਾ ਹੋਵੇ। ਔਰ ਮੈਂ ਤਾਂ ਕੱਲ ਵੀ ਬੇਨਤੀ ਕਰੀ ਸੀ ਵੀ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਤੁਹਾਡੇ ਸਾਹਮਣੇ ਪੱਖ ਰੱਖੇ ਜਾਣਗੇ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਸੰਗਤ ਵੱਲੋਂ ਇਹ ਹੁਕਮ ਹੋਇਆ ਕਿ ਸਾਨੂੰ ਇਸ ਚੀਜ਼ ਬਾਰੇ ਵੀ ਜਿਹੜਾ ਹੈ ਜ਼ਰੂਰ ਜਿਹੜਾ ਹੈ ਵਿਸ਼ਲੇਸ਼ਣ ਕੀਤਾ ਜਾਏ, ਸੰਗਤ ਨੂੰ ਜਾਣਕਾਰੀ ਹੋ ਸਕੇ। ਮਕਸਦ ਇਹੀ ਹੈ ਕਿ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ, ਸਾਡਾ ਇਤਿਹਾਸ ਹੈ ਕੀ ਹੈ। ਔਰ ਮੈਂ ਕੱਲ ਵੀ ਇੱਕ ਸ਼ੇਰ ਅਰਜ਼ ਕਰਿਆ ਸੀ, ਕਹਿੰਦਾ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਫੁੱਲ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ, ਜਿਹੜੀ ਬੱਕਰੀ ਸ਼ੇਰ ਦੀ ਜੂਹ ਵੜ ਜੇ ਉਹਦੇ ਹੱਡ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ, ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਸੋ ਇਹ ਸਾਡਾ ਇਤਿਹਾਸ ਹੈ, ਸਾਨੂੰ ਆਪਣੇ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਹੈ। ਪਰ ਦੁਖਾਂਤ ਹੁੰਦਾ ਹੈ ਕਿ ਮੈਂ ਕੱਲ ਬੇਨਤੀ ਕਰੀ ਸੀ ਕਿ ਸਿੱਖ ਕੌਮ ਇੰਨੀ ਅਮੀਰ ਹੈ ਕਿ ਉਸਨੇ ਆਪਣੇ ਗੁਰਦੁਆਰੇ ਬੜੇ ਸੁੰਦਰ ਬਣਾਏ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਲੇਕਿਨ ਆਪਣੀ ਹੀ ਕੌਮ ਨੇ ਆਪਣੇ ਹੀ ਗੁਰਦੁਆਰਿਆਂ 'ਚੋਂ ਲਾਇਬ੍ਰੇਰੀਆਂ ਖਤਮ ਕਰ ਦਿੱਤੀਆਂ। ਆਖੋ ਸਤਨਾਮ ਸ੍ਰੀ। ਕਿਉਂਕਿ ਜਦੋਂ 1984 ਬਲੂ ਸਟਾਰ ਆਪਰੇਸ਼ਨ ਦੀ ਗੱਲ ਚੱਲਣੀ ਹੈ, ਅੱਗੇ ਚੱਲ ਕੇ ਜਿਸ ਤਰ੍ਹਾਂ ਸਮਾਂ ਮਿਲੇਗਾ ਸ਼ਾਇਦ ਉੱਥੇ ਤੱਕ ਨਾ ਪਹੁੰਚ ਪਾਵਾਂ, ਕਿਉਂਕਿ ਇਤਿਹਾਸ ਦੀਆਂ ਲੜੀਆਂ ਬੜੀਆਂ ਲੰਬੀਆਂ ਹੁੰਦੀਆਂ ਨੇ। 1984 ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਹੈ, ਬਲੂ ਮੈਨੇ ਨੀਲਾ ਔਰ ਸਟਾਰ ਮੈਨੇ ਪਗੜੀ, ਸਟਾਰ ਮਿੰਜ ਪਗੜੀ, ਜਿਹੜੀਆਂ ਨੀਲੀਆਂ ਪਗੜੀਆਂ ਵਾਲੇ ਨੇ ਉਹਨਾਂ ਤੇ ਆਪਰੇਸ਼ਨ ਕੀਤਾ ਜਾਏ। ਔਰ ਉੱਥੇ ਫਿਰ ਜੇ ਸਿੱਖਾਂ ਦੇ ਨਾਲ ਵੈਰ ਵਿਰੋਧ ਸੀ ਸਰਕਾਰ ਦਾ, ਲੇਕਿਨ ਲਾਇਬ੍ਰੇਰੀ ਦਾ ਕੀ ਕਸੂਰ ਸੀਗਾ? ਹੁਣ ਲਾਇਬ੍ਰੇਰੀ ਦਾ ਤੇ ਕੋਈ ਕਸੂਰ ਨਹੀਂ ਨਾ, ਕਿਤਾਬਾਂ ਨੇ ਤੇ ਨਹੀਂ ਲੜਾਈ, ਕਿਤਾਬਾਂ ਨੇ ਤੇ ਬਲਾਸਟ ਨਹੀਂ ਸੀ ਕੀਤੇ। ਹੁਣ ਸੋਚ ਕਿੱਥੇ ਮਾਰੀ ਜਾ ਰਹੀ ਹੈ ਕਿ ਸਿੱਖ ਕੌਮ ਦੀਆਂ ਲਾਇਬ੍ਰੇਰੀਆਂ ਨੂੰ ਅੱਗ ਲਾ ਦਿੱਤੀ ਗਈ ਸੀਗੀ। ਉਹਦਾ ਕਾਰਨ ਇਹ ਸੀਗਾ ਕਿ ਆਉਣ ਵਾਲੀਆਂ ਤੁਹਾਡੀਆਂ ਪੀੜ੍ਹੀਆਂ ਨਸਲਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਨਾ ਲੱਗ ਸਕੇ। ਇਹ ਹਕੀਕਤ ਹੈ। ਅੱਜ ਵੀ ਹਰਿਆਣਾ ਐਂਡ ਪੰਜਾਬ ਜਿਹੜਾ ਹੈ, ਪੰਜਾਬ ਐਂਡ ਹਰਿਆਣਾ ਦੇ ਹਾਈ ਕੋਰਟ ਵਿੱਚ 38 ਸਾਲ ਹੋ ਗਏ ਕੇਸ ਚੱਲ ਰਿਹਾ ਹੈਗਾ ਕਿ ਜਿਹੜੇ ਸਾਡੇ ਧਾਰਮਿਕ ਗ੍ਰੰਥ ਹਰਿਮੰਦਰ ਸਾਹਿਬ ਚੋਂ ਕੱਢੇ ਗਏ ਸਨ ਉਹ ਆਰਮੀ ਵੱਲੋਂ ਵਾਪਸ ਕੀਤੇ ਜਾਣ, ਲੇਕਿਨ ਅੱਜ ਤੱਕ ਸਿੱਖ ਕੌਮ ਨੂੰ ਜਸਟਿਸ ਇਨਸਾਫ ਨਹੀਂ ਮਿਲਿਆਗਾ। ਸੋ ਇਹ ਸਾਡਾ ਇਤਿਹਾਸ ਹੈ, ਕਿਉਂਕਿ ਲਾਇਬ੍ਰੇਰੀਆਂ ਜੋ ਕਿਤਾਬਾਂ ਅੱਜ ਛਪ ਰਹੀਆਂ ਨੇ, ਤੁਹਾਡੇ ਦਿੱਲੀ 'ਚ ਇੱਕ ਕਿਤਾਬ ਛਾਪੀ ਗਈ ਹੈ ਔਰ ਉਹ ਕਿਤਾਬ ਛਪੀ ਕਿੱਥੇ ਹੈ? ਹਰਿਮੰਦਰ ਸਾਹਿਬ SGPC ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ। ਦੇਖੋ ਦੁੱਖ ਦੀ ਗੱਲ ਕੀ ਹੈ, ਉਸ ਕਿਤਾਬ ਦਾ ਵੀ ਕੇਸ ਚੱਲ ਰਿਹਾ ਹੈਗਾ। ਉਹ ਕਿਤਾਬ ਇਹ ਛਾਪੀ ਗਈ ਕਿ ਗੁਰੂ ਤੇਗ ਬਹਾਦਰ ਜੀ ਚੋਰ ਸਨ, ਮੇਰੀ ਜ਼ੁਬਾਨ ਸਾਥ ਨਹੀਂ ਦਿੰਦੀ ਕਿ ਜੋ ਕਿਤਾਬ 'ਚ ਲਿਖਿਆ ਹੋਇਆ, ਉਹਨਾਂ ਨੂੰ ਦਿੱਲੀ ਗ੍ਰਿਫਤਾਰ ਕਰਕੇ ਲੈ ਕੇ ਗਏ ਸਨ, ਉਹਨਾਂ ਨੇ ਕੋਈ ਹਿੰਦੂ ਧਰਮ ਲਈ ਸ਼ਹਾਦਤ ਨਹੀਂ ਦਿੱਤੀ, ਉਹ ਚੋਰੀ ਦੀ ਵਜ੍ਹਾ ਕਰਕੇ ਸ਼ਹੀਦ ਕੀਤਾ ਗਿਆ। ਇਹ ਕਿਤਾਬ ਛਾਪੀ RSS ਨੇ, ਇਹ ਕਿਤਾਬਾਂ ਛਪੀਆਂ ਹੋਈਆਂ ਨੇ। ਜੇ ਆਪਣੀਆਂ ਲਾਇਬ੍ਰੇਰੀਆਂ ਸਿੱਖ ਕੌਮ ਨਹੀਂ ਬਣਾਏਗੀ, ਆਉਣ ਵਾਲੀਆਂ ਸਮੇਂ ਕਿਤਾਬਾਂ ਦੇ ਵਿੱਚ 20 ਸਾਲਾਂ ਬਾਅਦ ਜੋ ਅੱਜ ਲਿਖਿਆ ਜਾਏਗਾ ਉਹ ਇਤਿਹਾਸ ਬਣ ਜਾਏਗਾ। ਇਹ ਗੱਲ ਯਾਦ ਰੱਖਣਾ। ਲੇਕਿਨ ਅਸੀਂ ਸੋਚਦੇ ਨਹੀਂ ਹਾਂ, ਅਸੀਂ ਵਿਚਾਰਦੇ ਨਹੀਂ ਹਾਂ, ਕਿਉਂਕਿ ਕਿਤਾਬਾਂ ਦੀ ਜਗ੍ਹਾ ਅੱਜ ਮੋਬਾਈਲ ਨੇ ਲੈ ਲਈ ਔਰ ਪੜ੍ਹਨ ਦਾ ਸ਼ੌਂਕ ਕਿਸੇ ਨੂੰ ਵੀ ਨਹੀਂ ਰਿਹਾਗਾ। ਸੋ ਇਹ ਹਕੀਕਤ ਹੈ। ਸੋ ਆਓ ਮੈਂ ਆਪਣੀ ਵਿਚਾਰ ਜੋ ਆਪਾਂ ਲੜੀਵਾਰ ਕਰ ਰਹੇ ਹਾਂ ਉਸ ਨਾਲ ਜੁੜੀਏ, ਪਿਆਰ ਨਾਲ ਆਖੋ ਸਤਨਾਮ ਸ੍ਰੀ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 9 ਜੂਨ 1716 ਨੂੰ ਦਿੱਲੀ 'ਚ ਸ਼ਹਾਦਤ ਹੁੰਦੀ ਹੈ। ਅਮਰ ਸਿੰਘ ਕੰਬੋਜ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਔਰ ਅਮਰ ਸਿੰਘ ਕੰਬੋਜ ਹੀ ਇਹ ਗੱਲ ਦਾਅਵਾ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ 11ਵਾਂ ਗੁਰੂ ਥਾਪ ਕੇ ਗਏ ਹਨ। ਇਹ ਇੱਥੇ ਹੁਣ ਮਸਲੇ ਦੋ ਖੜੇ ਹੋ ਜਾਂਦੇ ਹਨ। ਇੱਥੇ ਜਦੋਂ ਖਬਰ ਮਿਲਦੀ ਹੈ ਤਾਂ ਫਿਰ ਭਾਈ ਮਨੀ ਸਿੰਘ ਜੀ ਦਾ ਜਿਹੜਾ ਹੈ ਉਹ ਜ਼ਿਕਰ ਆਉਂਦਾ ਹੈ। ਭਾਈ ਮਨੀ ਸਿੰਘ ਜੀ ਇਹ ਸ਼ੰਕੇ ਜਿਹੜੇ ਹਨ ਉਹ ਨਿਵਰਤ ਕਰਦੇ ਹਨ। ਉਹ ਕਹਿੰਦੇ ਨੇ ਬੰਦਈ ਖਾਲਸਾ ਬੋਲਣਾ ਹੈ। ਉਹ ਕਹਿੰਦੇ ਨਹੀਂ, ਤਤ ਖਾਲਸਾ ਬੋਲਣਾ ਹੈ। ਤਤ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਬੰਦਈ ਖਾਲਸਾ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ। ਜਦ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਗੁਰੂ ਲਈ ਲੜਿਆ ਹੈ, ਆਪਣੀ ਕੌਮ ਲਈ ਲੜਿਆ ਹੈ। ਉਹਦੇ ਮਗਰੋਂ ਹੁਣ ਕਰਮ ਜਿਹੜਾ ਅਮਰ ਸਿੰਘ ਕੰਬੋਜ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ 11ਵਾਂ ਗੁਰੂ ਹੈ ਔਰ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ 12ਵਾਂ ਗੁਰੂ ਬਣਾ ਕੇ ਗਏ ਨੇ। ਇਹੀ ਗੱਲ ਹੁਣ ਜਦੋਂ ਕੂਕੇ ਲਹਿਰ ਦੀ ਚੱਲਣੀ ਹੈ ਉੱਥੇ ਵੀ ਮਸਲਾ ਇਹ ਹੋਣਾ ਹੈ ਕਿ ਰਾਮ ਸਿੰਘ ਕੂਕਾ ਜੀ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ 'ਚ ਪਈਆਂ ਹੋਈਆਂ ਨੇ। ਰਾਮ ਸਿੰਘ ਕੂਕਾ ਜੀ ਨੇ ਕਾਲੇ ਪਾਣੀ ਤੋਂ ਜੇਲ੍ਹ ਚਿੱਠੀਆਂ 'ਚ ਲਿਖਿਆ ਸੀਗਾ ਕਿਉਂਕਿ ਰਾਮ ਸਿੰਘ ਕੂਕਾ ਜੀ ਇੱਕ ਐਸੇ ਸਿੱਖ ਹੋਏ ਨੇ ਜਿਨ੍ਹਾਂ ਨੇ ਖਾਲਸਾ ਰਾਜ ਲਈ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਹੈ। ਰਾਮ ਸਿੰਘ ਕੂਕਾ ਜੀ ਚਾਹੁੰਦੇ ਸਨ ਕਿ ਸਿੱਖ ਰਾਜ ਫਿਰ ਵਾਪਸ ਆਵੇ ਕਿਉਂਕਿ ਰਾਮ ਸਿੰਘ ਕੂਕਾ ਜੀ ਕਵਰ ਨੌ ਨਿਹਾਲ ਦੀ ਫੌਜ ਦੇ ਵਿੱਚ ਲੜਾਈ ਔਰ ਸੈਨਿਕ ਰਹੇ ਹਨ। ਜਦੋਂ ਬ੍ਰਿਟਿਸ਼ ਨੇ ਦੇਖਿਆ ਕਿ ਰਾਮ ਸਿੰਘ ਕੂਕਾ ਜਿਹੜਾ ਹੈ ਬ੍ਰਿਟਿਸ਼ ਐਂਟੀ ਕਾਰਵਾਈਆਂ ਕਰ ਰਿਹਾ ਹੈ ਤਾਂ ਉਸ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਗਈ ਸੀਗੀ। ਲੇਕਿਨ ਰਾਮ ਸਿੰਘ ਕੂਕਾ ਜੀ ਤੋਂ ਬਾਅਦ ਉਹਨਾਂ ਨੂੰ ਗੁਰੂ ਥਾਪ ਦਿੱਤਾ ਗਿਆ ਸੀਗਾ। ਰਾਮ ਸਿੰਘ ਕੂਕਾ ਜੀ ਦੀਆਂ ਚਿੱਠੀਆਂ ਅੱਜ ਵੀ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ, ਉਹ ਕਿਤਾਬਾਂ ਛਪੀਆਂ ਹੋਈਆਂ ਸਨ ਕਿ ਰਾਮ ਸਿੰਘ ਕੂਕਾ ਜੀ ਨੇ ਚਿੱਠੀ ਲਿਖੀ ਸੀ ਕਿ ਮੈਂ ਕੋਈ ਗੁਰੂ ਨਹੀਂ ਹਾਂ, ਮੈਂ ਇੱਕ ਸਿੱਖ ਹਾਂ ਔਰ ਆਪਣਾ ਰਾਜ ਵਾਪਸ ਲੈ ਕੇ ਆਉਣਾ ਚਾਹੁੰਦਾ। ਉਹਦੀ ਬਹੁਤ ਵੱਡੀ ਕੁਰਬਾਨੀ ਸੀ ਰਾਮ ਸਿੰਘ ਕੂਕਾ ਜੀ ਦੀ ਕੌਮ ਦੇ ਲਈ। ਖੈਰ ਮੈਂ ਫਿਰ ਵਿਸ਼ੇ ਤੇ ਵਾਪਸ ਆਵਾਂ। ਇਹ ਹੁਣ ਜਿਹੜੀ 11ਵੇਂ 12ਵੇਂ ਗੁਰੂ ਦੀਆਂ ਗੱਲਾਂ ਚੱਲਣੀਆਂ ਨੇ ਇਹ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਹੋ ਗਈਆਂ ਨੇ। ਹੁਣ ਧੀਰ ਮੱਲੀਏ, ਰਾਮ ਰਾਈਏ ਜਿਹੜੇ ਹਨ ਉਹ ਸਾਰੇ ਜਿਹੜੇ ਸੋਢੀ ਹਨ, ਤਿਰਨ ਹਨ, ਭੱਲੇ ਹਨ, ਉਹ ਸਾਰੇ ਗੱਦੀ ਪਿੱਛੇ ਲੜਦੇ ਆ ਰਹੇ ਸਨ। ਤੇ ਸਾਧ ਸੰਗਤ ਇਹ ਇਤਿਹਾਸ ਦੇ ਵਿੱਚ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਾਂਗੇ, ਆਪਣੀਆਂ ਕਿਤਾਬਾਂ ਨੂੰ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੇਗਾ ਸਾਡਾ ਇਤਿਹਾਸ ਕੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਜਿਹੜੇ ਹਨ ਉਹ ਜੰਗਲਾਂ ਦੇ ਵਿੱਚ ਚਲੇ ਜਾਂਦੇ, ਕੋਈ ਪਹਾੜਾਂ ਚਲੇ ਜਾਂਦੇ। ਕਹਿੰਦੇ ਘਰ ਤੇ ਕੱਢੈ ਵਣ ਲੁਕੈ, ਵਣ ਤਜ ਨੀਰ ਲੁਕਾਏ, ਨੀਰ ਲੁਕੈ ਸਿੰਘ ਨਾ ਬਚੈ, ਕਉ ਸਿੰਘਨ ਕਤ ਜਾਏ। ਇਸਲਾਮ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਜੋ ਸਿੰਘਨ ਕੋ ਦੇਵੈ ਨਾਜ, ਅਗਰ ਸਿੱਖਾਂ ਨੂੰ ਤੁਸੀਂ ਰੋਟੀ ਦੋਗੇ, ਮੈਂ ਸਿੰਘ ਸਾਹਿਬ ਜੀ ਬੈਠੇ ਹਨ, ਬੇਨਤੀ ਕਰਾਂਗਾ ਅਗਰ ਤੁਸੀਂ ਸਾਹਮਣੇ ਆ ਜਾਓ ਤੇ ਜ਼ਿਆਦਾ ਬੇਨਤੀ ਹੈ ਸਾਰਿਆਂ ਨੂੰ। ਜਿਹੜੇ ਅਨਕੰਫਰਟੇਬਲ ਢੋ ਲਾ ਕੇ ਬੈਠ ਸਕਦੇ ਨੇ ਕਿਉਂਕਿ ਸਾਰੇ ਤੁਸੀਂ ਸਾਹਮਣੇ ਆ ਜਾਓ, ਮੈਨੂੰ ਵੀ ਆਨੰਦ ਆਏਗਾ। ਮੇਰੀ ਬੇਨਤੀ ਹੈ, ਤੁਸੀਂ ਬੜੇ ਸੂਝਵਾਨ ਹੋ। ਭੈਣਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਇੱਥੇ ਸਾਹਮਣੇ ਬੈਠੋ ਤੇ ਜ਼ਿਆਦਾ ਆਨੰਦ ਆਏਗਾ। ਮੇਰੀ ਬੇਨਤੀ ਹੈ ਸਾਰੀਆਂ, ਤੁਸੀਂ ਬਹੁਤ ਸੂਝਵਾਨ ਹੋ, ਬੜੀ ਚੜ੍ਹਦੀ ਕਲਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਕਹਿੰਦੇ ਜੋ ਸਿੰਘਨ ਕੋ ਦੇਵੈ ਨਾਜ, ਮੁਸਲਮਾਨ ਕਰੈ ਤਿਸ ਕਾਜ। ਜੇ ਸਿੱਖਾਂ ਨੂੰ ਤੁਸੀਂ ਅਨਾਜ ਦਿਓਗੇ ਤੁਹਾਨੂੰ ਸਜ਼ਾ ਮਿਲੇਗੀ। ਔਰ ਆਵੈ ਸਿੰਘ ਬਤਾਏ ਨਾਹੀਂ, ਅਗਰ ਸਿੱਖ ਹੋਣਗੇ ਤੇ ਖਬਰ ਨਹੀਂ ਦਿੱਤੀ ਜਾਏਗੀ। ਆਵੈ ਸਿੰਘ ਬਤਾਏ ਨਾਹੀਂ ਵਹਿ ਵੀ ਆਪਣੀ ਜਿੰਦ ਗਵਾਹੀ, ਉਹਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਏਗੀ। ਕਿ ਅਗਰ ਸਿੱਖ ਘਰ ਵਿੱਚ ਆ ਜਾਣ, ਖਬਰ ਨਾ ਦਿੱਤੀ ਜਾਵੇ, ਉਹਦੇ ਲਈ ਵੀ ਮੌਤ ਦੀ ਸਜ਼ਾ ਸੀਗੀ। ਔਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਜਿਹੜੇ ਸਿੱਖ ਸਨ ਆਪਣੀ ਜਾਨ ਤਲੀ ਤੇ ਰੱਖ ਕੇ ਜਾਂਦੇ ਸਨ। ਹੁਣ ਇਸ ਤਰ੍ਹਾਂ ਸਿੱਖਾਂ ਦੇ 10 ਸਾਲ ਗੁਜ਼ਰੇ। ਇੱਧਰ ਦਿੱਲੀ ਦੇ ਤਖਤ ਤੇ ਫਰਖਸ਼ੀਰ ਦੀ ਮੌਤ ਹੁੰਦੀ ਹੈ ਔਰ ਉਸ ਤੋਂ ਬਾਅਦ ਸ਼ਰਈ ਭਰਾਵਾਂ 'ਚ ਲੜਾਈ ਹੁੰਦੀ ਹੈ ਔਰ ਲਾਹੌਰ ਦਾ ਜਿਹੜਾ ਗਵਰਨਰ ਹੈ ਅਬਦੁਲ ਸਮਦ ਖਾਂ ਬਣਾਇਆ ਜਾਂਦਾ ਹੈ। ਅਬਦੁਲ ਸਮਦ ਖਾਂ ਨੇ ਦੇਖਿਆ ਸਿੱਖਾਂ ਦੇ ਖਿਲਾਫ ਲੜ ਕੇ, ਲੇਕਿਨ ਉਹ ਨਾ ਲੜ ਸਕਿਆਗਾ ਔਰ ਆਖਰਕਾਰ ਉਹ ਵੀ ਢਿੱਲਾ ਪੈ ਗਿਆ। ਸਾਰੇ ਜਿੰਨੇ ਰਾਜੇ ਸਨ, ਗਵਰਨਰ ਸਨ, ਉਹ ਐਸ਼ ਫਿਰਸਤੀ ਦੀ ਜ਼ਿੰਦਗੀ ਜੀਣ ਲੱਗ ਪਏ। ਪੈਸੇ ਦੇ ਦੌਰ ਦੇ ਵਿੱਚ ਸਿੱਖਾਂ ਦੇ ਖਿਲਾਫ ਕਾਰਵਾਈਆਂ ਘਟ ਗਈਆਂ। ਸਿੱਖਾਂ ਨੂੰ ਇਸ ਸਮੇਂ ਦੇ ਅੰਦਰ ਆਪਣੇ ਘਰਾਂ 'ਚ ਵਾਪਸ ਆਉਣ ਦਾ ਸਮਾਂ ਦੁਬਾਰਾ ਮਿਲ ਗਿਆ। ਹੁਣ ਜਦੋਂ ਸਿੱਖਾਂ ਨੇ ਆ ਕੇ ਅੰਮ੍ਰਿਤਸਰ, ਪੰਜਾਬ ਦੇ ਇਲਾਕਿਆਂ ਦੇ ਵਿੱਚ ਆਪਣੀ ਖੇਤੀਬਾੜੀ ਆਬਾਦ ਕਰ ਲਈ ਔਰ ਆਪਣੇ ਘਰ-ਬਾਰ ਜਿਹੜੇ ਦਰਵਾਜ਼ੇ ਬੰਦ ਪਏ ਸਨ ਖੋਲ੍ਹ ਲਏ। ਕੱਚੇ ਮਕਾਨਾਂ 'ਚ ਲੋਕ ਰਹਿੰਦੇ ਸਨ।
ਹੁਣ ਇੱਥੋਂ ਦਾ ਇੱਕ ਚੌਧਰੀ ਹੈ, ਅੰਮ੍ਰਿਤਸਰ ਦੇ ਨੇੜੇ ਪੱਟੀ ਸ਼ਹਿਰ ਹੈ, ਜਿੱਥੋਂ ਦਾ ਚੌਧਰੀ ਹੈ ਸਾਹਿਬ ਰਾਏ। ਉਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਕੌਮ ਕੋਈ ਮਾੜੀ ਨਹੀਂ ਹੁੰਦੀ, ਕੌਮ ਦੇ ਅੰਦਰ ਬੰਦੇ ਮਾੜੇ ਹੁੰਦੇ ਹਨ, ਇਹ ਗੱਲ ਯਾਦ ਰੱਖਣਾ। ਸਾਧ ਸੰਗਤ, ਜਦੋਂ ਸਾਹਿਬ ਰਾਏ ਚੌਧਰੀ ਨੇ ਪਤਾ ਲੱਗਿਆ ਵੀ ਸਿੱਖ ਆਬਾਦ ਕਰ ਰਹੇ ਨੇ, ਤਾਂ ਉਹਨੂੰ ਪਤਾ ਲੱਗਿਆ ਵੀ ਇਹਨਾਂ ਦਾ ਜਿਹੜਾ ਹੈ ਹੋਰ ਮੈਜੋਰਿਟੀ ਵੱਧਦੀ ਜਾ ਰਹੀ ਹੈ, ਸਿੱਖ ਆ ਰਹੇ ਹਨ, ਮੇਰੇ ਤੇ ਭਾਰੀ ਨਾ ਹੋ ਜਾਣ। ਉਹਨੇ ਕੀ ਕਰਨਾ, ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਘੋੜੀਆਂ ਛੱਡ ਦੇਣੀਆਂ, ਸਿੱਖਾਂ ਦੀ ਫਸਲ ਬਰਬਾਦ ਕਰ ਦੇਣੀ। ਹੁਣ ਇਹਨਾਂ ਵਿੱਚੋਂ ਭਾਈ ਅਮਰ ਸਿੰਘ, ਭਾਈ ਗੁਰਬਖਸ਼ ਸਿੰਘ ਮਾਛੀ ਤੇ ਸਰਦਾਰ ਬਘੇਲ ਸਿੰਘ, ਇਹ ਤਿੰਨ ਜਣੇ ਜਾ ਕੇ ਸਾਹਿਬ ਰਾਏ ਚੌਧਰੀ ਨੂੰ ਪੱਟੀ ਵਿੱਚ ਜਾ ਕੇ ਕਹਿੰਦੇ ਨੇ ਕਿ ਜਨਾਬ ਤੁਸੀਂ ਆਪਣੀਆਂ ਘੋੜੀਆਂ ਬੰਨ੍ਹ ਕੇ ਰੱਖੋ। ਹੁਣ ਉਹ ਇੰਨਾ ਹੰਕਾਰਿਆ ਹੋਇਆ ਸੀ, ਉਹ ਕਹਿੰਦਾ ਮੇਰੇ ਕੋਲ ਘੋੜੀਆਂ ਬੰਨ੍ਹਣ ਲਈ ਰੱਸੇ ਨਹੀਂ ਹਨ। ਉਹ ਕਹਿੰਦੇ ਜਨਾਬ ਤੁਸੀਂ ਇਸ ਪੱਟੀ ਦੇ ਚੌਧਰੀ ਹੋ, ਘੋੜੀਆਂ ਤੁਸੀਂ ਖਰੀਦ ਕੇ ਲਿਆਂਦੀਆਂ ਨੇ ਤੇ ਰੱਸੇ ਵੀ ਲੈ ਆਣੇ ਸੀ। ਉਹ ਕਹਿੰਦਾ ਮੈਂ ਸਿੱਖਾਂ ਦੇ ਕੇਸ ਮੁੰਨ ਕੇ ਉਹਦੇ ਰੱਸੇ ਬਣਾ ਕੇ ਘੋੜੀਆਂ ਬੰਨਣੀਆਂ ਨੇ। ਹੁਣ ਸਿੱਖਾਂ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ। ਇਹ ਸਿੱਖ ਜਿਹੜੇ ਹਨ ਉਹ ਵਾਪਸ ਆ ਕੇ ਤੇ ਸਰਦਾਰ ਗੁਰੂ ਕਾ ਸਿੱਖ ਹੈ ਭਾਈ ਤਾਰਾ ਸਿੰਘ ਵਾਂ, ਇੱਕ ਹੈ ਭਾਈ ਤਾਰੂ ਸਿੰਘ, ਜਿਹੜਾ ਤੁਸੀਂ ਸੁਣਿਆ। ਇਹਨਾਂ ਦਾ ਅੱਗੇ ਚੱਲ ਕੇ ਜ਼ਿਕਰ ਜਿਹੜਾ ਹੈ 1745 ਚ ਆਉਣਾ। ਮੈਂ ਤੁਹਾਡੇ ਸਾਹਮਣੇ ਘਟਨਾ ਰੱਖ ਰਿਹਾ 1726 ਦੀ, ਡੇਟ ਯਾਦ ਰਵੇ। ਆਪਾਂ 1708 ਤੋਂ ਗੱਲ ਸ਼ੁਰੂ ਕੀਤੀ ਹੈ ਤੇ ਹੁਣ ਪਹੁੰਚ ਗਏ ਹਾਂ 1726 ਦੇ ਵਿੱਚ। 9 ਜੂਨ ਦੀ ਘਟਨਾ ਹੈ। 1726 ਦੇ ਵਿੱਚ ਜਦੋਂ ਭਾਈ ਗੁਰੂ ਕਾ ਸਿੱਖ ਹੈ ਤਾਰਾ ਸਿੰਘ ਡੱਲਵਾਂ, ਉਹ ਡੱਲਵਾਂ ਪਿੰਡ ਦਾ ਰਹਿਣ ਵਾਲਾ ਸੀ, ਬੜਾ ਬਹਾਦਰ ਸੀਗਾ। ਭਾਈ ਤਾਰਾ ਸਿੰਘ ਵਾਂ ਨੂੰ ਜਦੋਂ ਸਿੱਖਾਂ ਨੇ ਦੱਸਿਆ ਕਿ ਸਾਹਿਬ ਰਾਏ ਚੌਧਰੀ ਨੇ ਸਿੱਖਾਂ ਦੇ ਕੇਸਾਂ ਪ੍ਰਤੀ ਇਹ ਹੰਕਾਰ ਭਰੇ ਬਚਨ ਕਹੇ ਨੇ, ਉਹਨਾਂ ਨੇ ਕਿਹਾ ਵੀ ਜੇ ਹੁਣ ਇਹ ਸਾਹਿਬ ਰਾਏ ਘੋੜੀਆਂ ਛੱਡੇ ਸਿੱਖਾਂ ਦੇ ਫਸਲਾਂ 'ਚ, ਘੋੜੀਆਂ ਇਕੱਠੀਆਂ ਕਰ ਲਿਆਇਓ ਜੇ। ਉਹਨੇ ਜਦੋਂ ਘੋੜੀਆਂ ਛੱਡੀਆਂ, 40-50 ਦੇ ਕਰੀਬ ਘੋੜੀਆਂ ਸਨ, ਸਿੱਖਾਂ ਨੇ ਇਕੱਠੀਆਂ ਕੀਤੀਆਂ। ਇਕੱਠੀਆਂ ਕਰਨ ਤੋਂ ਬਾਅਦ ਭਾਈ ਲਖਵੀਰ ਸਿੰਘ ਕੋਲ ਵੇਚ ਦਿੱਤੀਆਂ ਇਹਨਾਂ ਨੇ। ਵੇਚ ਕੇ ਸਿੱਖਾਂ ਨੇ ਉਹ ਪੈਸਿਆਂ ਦੇ ਗਰੀਬਾਂ 'ਚ ਲੰਗਰ ਲਾ ਦਿੱਤਾ, ਆਪਣਿਆਂ ਨੂੰ ਵੰਡ ਦਿੱਤਾ। ਆਖੋ ਸਤਨਾਮ ਸ੍ਰੀ। ਮੈਂ ਇੱਥੇ ਬੇਨਤੀ ਕਰਾਂਗਾ, ਲੰਗਰ ਸਿੱਖ ਕੌਮ ਗੁਰੂ ਨਾਨਕ ਜੀ ਤੋਂ ਸ਼ੁਰੂ ਹੋਇਆ, ਨਾ ਕਦੇ ਮੁੱਕਣਾ ਤੇ ਨਾ ਕਦੇ ਸੁੱਕਣਾ ਹੈ। ਕਹਿੰਦਾ ਸਿੱਖੀ ਦਾ ਬੂਟਾ ਜੋ ਲਾ ਗਿਆ ਗੁਰੂ ਨਾਨਕ, ਉਹ ਕਦੇ ਸੁੱਕਣਾ ਨਹੀਂ। ਸ਼ਬਦ ਧਿਆਨ ਨਾਲ ਸੁਣਿਓ, ਸਿੱਖੀ ਦਾ ਬੂਟਾ ਜੋ ਲਾ ਗਿਆ ਗੁਰੂ ਨਾਨਕ, ਉਹ ਕਦੇ ਸੁੱਕਣਾ ਨਹੀਂ। 20 ਰੁਪਈਆਂ ਦਾ ਲੰਗਰ ਜੋ ਚਲਾ ਗਿਆ ਗੁਰੂ ਨਾਨਕ, ਉਹ ਕਦੇ ਮੁੱਕਣਾ ਨਹੀਂ, ਉਹ ਕਦੇ ਨਹੀਂ ਮੁੱਕਣਾਗਾ। ਲੇਕਿਨ ਇੱਕ ਬੇਨਤੀ ਮੇਰੀ ਜ਼ਰੂਰ ਰੱਖਿਓ ਜੇ ਕਿ ਜਿੱਥੇ ਅਸੀਂ ਦੂਜਿਆਂ ਨੂੰ ਖਵਾਉਂਦੇ ਹਾਂ, ਉੱਥੇ ਘੱਟੋ ਘੱਟ ਆਪਣਿਆਂ ਦੀ ਸਾਰ ਵੀ ਜ਼ਰੂਰ ਲਿਆ ਕਰੋ ਕਿ ਆਪਣਿਆਂ ਨੂੰ ਵੀ ਲੋੜ ਹੈ ਕਿ ਨਹੀਂ ਹੈ। ਮੈਂ ਲਾਸਟ ਜਿਹੜਾ 1 ਸਾਲ ਪਹਿਲਾਂ ਕੋਵਿਡ ਨਿਕਲਿਆ, ਉਹਦੇ 'ਚ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀਗਾ, ਉਹ ਸੀਗੀ ਮਾਰਵਾੜੀ ਸਮਾਜ ਦੀ। न्यूज लिखा होया सीगा कि ये जो सुविधाएं दी जा रही हैं कोविड में केवल मारवाड़ी फैमिली के लिए, किसी और के लिए, हाँ, एक अखबारां च लिखा होया है साध संगत। सो इस करके सिख कौम बड़ी दयालु है, सिखा ने अपनियां नूं संभालिया। हुण जदों साहिब राय चौधरी दियां घोड़ियां वेच दित्तियां, उसनूं अग लग गई। उन्हें जाके ते मोहम्मद खान दे नाल गल कीती है। हुण मोमन खान हाकम है पट्टी दा। मोमन खान ने 80 पैदल अते 25 घोड़ सवार ते अपना भतीजा दे के सिखां ते हमला करन लई सवेरे 4 बजे भेज दिता अमृत वेले। हुण सरदार बघेल सिंह जिहड़े सन वो अमृत वेले उठे ते जदों जा रहे सन उन्होंने देखिया सिख बाणी पढ़ने वाले सन, अमृत वेला सच नाउ वडियाई विचार। हुण गुरु के सिख अमृत वेला संभालते सन ते साध संगत जदों उन्होंने देखिया भी ये ते फौज आ गई है, उन्हें बड़ी उच्ची ना जकारा लाया, बहुत उच्ची आवाज विच गुरु के सिख ने जकारा लाया। अज ते सिख कौम दा जकारा भी विगाड़ दिता गया। तुसी पंथ प्रकाश पढ़ लो, महान कोश पढ़ लो, केसर सिंह शिबर नूं पढ़ लो, ज्ञानी ज्ञान सिंह नूं पढ़ लो, होर कई विद्वानां नूं पढ़ लो, उहदे विच जकारा है बोले सो निहाल। ते जिहड़ा फिल्मां च बोलिया गया जो बोले सो निहाल नहीं हैगा। उत्थे तुसीं इतिहासिक पक्ष पढ़ के देखो कदे अपने। तो साध संगत
ਇੱਥੇ ਜਦੋਂ ਗੁਰੂ ਕੇ ਸਿੱਖ ਨੇ ਜਕਾਰਾ ਲਾਇਆ ਤਾਂ ਉੱਥੇ ਬੱਚੇ ਵੀ, ਬੀਬੀਆਂ ਵੀ ਤੇ ਸਾਰੇ ਤਿਆਰ ਸਨ। ਪਹਿਲਾਂ ਹੀ ਅੰਮ੍ਰਿਤ ਵੇਲਾ ਸੰਭਾਲਣ ਵਾਲੇ ਸਨ, ਜਿਹੜੇ ਸੁੱਤੇ ਪਏ ਸਨ ਉਹਨਾਂ ਨੂੰ ਉਠਾ ਦਿੱਤਾ। ਹੁਣ ਗੁਰੂ ਕੇ ਸਿੱਖ ਭਾਈ ਬਘੇਲ ਸਿੰਘ ਨੇ ਕਿਰਪਾਨ ਕੱਢ ਕੇ ਮੁਕਾਬਲਾ ਸ਼ੁਰੂ ਕਰ ਦਿੱਤਾ ਹੈਗਾ, ਡਰ ਕੇ ਨਹੀਂ ਭੱਜਿਆਗਾ। ਇਹਨੇ ਨੂੰ ਪਿੱਛੋਂ ਡੇਰਿਆਂ ਦੇ ਵਿੱਚੋਂ ਨਿਕਲ ਕੇ ਸਿੱਖ ਵੀ ਆ ਗਏ ਨੇ, ਬੀਬੀਆਂ ਵੀ ਆ ਗਈਆਂ, ਕਿਉਂਕਿ ਉਸ ਸਮੇਂ ਬੀਬੀਆਂ ਦੇ ਕੋਲ 2 ਫੁੱਟ ਦੀ ਕਿਰਪਾਨ ਪਹਿਨਣਾ ਜ਼ਰੂਰੀ ਸੀ ਗਈ ਤੇ ਵੀਰਾਂ ਲਈ 3 ਫੁੱਟ ਦੀ ਸ੍ਰੀ ਸਾਹਿਬ ਸੀ। ਇਹ ਜਿਹੜੀ ਪਾਬੰਦੀ ਲਾਈ ਗਈ ਸਾਡੇ ਤੇ 6 ਇੰਚ ਦੀ, ਇਹ ਬ੍ਰਿਟਿਸ਼ ਗਵਰਨਮੈਂਟ ਦੀ ਪਾਬੰਦੀ ਲਾਈ ਗਈ ਹੈ, ਇਹ ਕਿਸੇ ਹੋਰ ਸਰਕਾਰ ਦੀ ਨਹੀਂ ਲਾਈ ਗਈ। ਬੀਬੀਆਂ ਦੇ ਕੋਲ 2 ਫੁੱਟ ਦੀ ਉਸ ਵੇਲੇ ਲਾਜ਼ਮੀ ਸੀ ਕਿਰਪਾਨ ਰੱਖਣੀ, ਔਰ ਵੀਰਾਂ ਲਈ 3 ਫੁੱਟ ਦੀ ਸ੍ਰੀ ਸਾਹਿਬ ਰੱਖਣਾ ਬਹੁਤ ਜ਼ਰੂਰੀ ਸੀ, ਕਿਉਂਕਿ ਸ਼ਸਤਰ ਕੇ ਅਧੀਨ ਹੈ ਰਾਜ। ਤੇ ਸਾਧ ਸੰਗਤ ਬੀਬੀਆਂ ਵੀ ਆ ਗਈਆਂ, ਲੜਾਈ ਹੋਈ, ਸਿੱਖ ਵੀ ਜ਼ਖਮੀ ਹੋਏ। ਉਸ ਲੜਾਈ ਦੇ ਵਿੱਚ ਮੋਮਨ ਖਾਂ ਦਾ ਭਤੀਜਾ ਮਾਰਿਆ ਗਿਆ ਸਿੱਖਾਂ ਦੇ ਹੱਥੋਂ। ਜਿਵੇਂ ਕਿਵੇਂ ਉਹਦੀ ਲਾਸ਼ ਲੈ ਕੇ ਭੱਜ ਗਏ ਜਿਹੜੇ ਨਾਲ ਸੈਨਿਕ ਆਏ ਸਨ। ਹੁਣ ਸਿੱਖਾਂ ਨੇ ਗੁਰਮਤਾ ਕੀਤਾ ਔਰ ਸਿੱਖ ਜਾਣਦੇ ਸਨ ਕਿ ਮੋਮਨ ਖਾਂ ਦਾ ਭਤੀਜਾ ਮਾਰਿਆ ਗਿਆ ਔਰ ਮੋਮਨ ਖਾਂ ਸਿੱਖਾਂ ਤੇ ਫੇਰ ਹਮਲਾ ਕਰੇਗਾ। ਇਹਨਾਂ ਨੇ ਗੁਰੂ ਕੇ ਸਿੱਖ ਭਾਈ ਤਾਰਾ ਸਿੰਘ ਵਾਹ ਨੂੰ ਆਖਿਆ, ਸਰਦਾਰ ਅਮਰ ਸਿੰਘ ਨੇ, ਗੁਰਬਖਸ਼ ਸਿੰਘ ਜੀ ਨੇ, ਬਘੇਲ ਸਿੰਘ ਜੀ ਨੇ ਕਿਹਾ ਵੀ ਗੁਰੂ ਕੇ ਸਿੱਖ ਤੂੰ ਬਹੁਤ ਬਹਾਦਰ ਹੈ, ਕੌਮ ਨੂੰ ਤੇਰੀ ਬੜੀ ਲੋੜ ਹੈ। ਹੁਣ ਮੋਮਨ ਖਾਂ ਸਿੱਖਾਂ ਤੇ ਹਮਲਾ ਕਰੇਗਾ ਤੇ ਤੁਸੀਂ ਜਿਵੇਂ ਕਿਵੇਂ ਹੁੰਦਾ ਇਹ ਨਗਰ ਛੱਡ ਕੇ ਚਲੇ ਜਾਓ, ਜੋ ਹੋਏਗਾ ਅਸੀਂ ਦੇਖ ਲਾਂਗੇ। ਹੁਣ ਭਾਈ ਤਾਰਾ ਸਿੰਘ ਵਾਹ ਨੇ ਆਖਿਆ ਗੁਰੂ ਕੇ ਸਿੱਖਾਂ ਨੂੰ, ਕਹਿੰਦਾ ਬੁਜ਼ਦਲ ਤੇ ਕਾਇਰ ਲੋਕ ਹੁੰਦੇ ਨੇ ਕਿ ਜਿਹੜੇ ਨਗਰ ਛੱਡ ਕੇ ਜਾਇਆ ਕਰਦੇ ਹਨ, ਬਹਾਦਰ ਕਦੇ ਨਗਰ ਛੱਡ ਕੇ ਨਹੀਂ ਜਾਂਦੇਗੇ। ਤੇ ਸਾਧ ਸੰਗਤ ਜਦੋਂ ਭਗਤ ਸਿੰਘ ਨੂੰ, ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਗੱਲ ਚੱਲਦੀ ਹੈ, ਉਹਦੇ ਵਾਸਤੇ ਬੜੇ ਲੋਕਾਂ ਨੇ, ਵਕੀਲਾਂ ਨੇ ਆਖਿਆ ਸੀ ਕਿ ਤੁਸੀਂ ਰਹਿਮ ਦੀ ਅਪੀਲ ਕਰ ਲਓ। ਉਹ ਕਹਿੰਦਾ ਨਹੀਂ, ਜਿਹੜੇ ਕੌਮ ਲਈ ਸ਼ਹੀਦ ਹੋਣ ਵਾਲੇ ਨੇ ਕਦੇ ਰਹਿਮ ਦੀ ਅਪੀਲ ਨਹੀਂ ਕਰਿਆ ਕਰਦੇਗੇ। ਔਰ ਉਹਨਾਂ ਨੇ ਰਹਿਮ ਦੀ ਅਪੀਲ ਨਹੀਂ ਕੀਤੀ ਗਈ। ਕਹਿੰਦਾ ਤੈਨੂੰ ਕਸਮ ਜ਼ੁਲਮ ਜੇ ਤੂੰ ਕਰੇ ਤੌਬਾ, ਸਾਨੂੰ ਕਸਮ ਹੈ ਜੇ ਅਸੀਂ ਫਰਿਆਦ ਕਰੀਏ ਕਿ ਜ਼ੁਲਮ ਤੂੰ ਆਪਣੀ ਇਮਤਿਹਾਨ ਕਰ ਦੇ ਔਰ ਅਸੀਂ ਵੀ ਆਪਣੀ ਇਮਤਿਹਾਨ ਕਰ ਦਾਂਗੇ ਕਿ ਅਸੀਂ ਤੇਰੇ ਅੱਗੇ ਕਦੀ ਫਰਿਆਦ ਨਹੀਂ ਕਰਾਂਗੇ। ਤੇ ਸਾਧ ਸੰਗਤ ਕਹਿੰਦੇ ਜੋ ਹੋਏਗਾ ਦੇਖੀ ਜਾਏਗੀ। ਹੁਣ ਮੋਮਨ ਖਾਂ ਨੇ, ਕੇਸਰ ਸਿੰਘ ਛਿੱਬਰ ਨੇ 900 ਘੋੜਸਵਾਰ ਸੈਨਿਕ ਲਿਖੇ ਨੇ ਟੋਟਲ ਗਿਣਤੀ, ਔਰ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਨੇ 2200 ਦਾ ਜ਼ਿਕਰ ਕੀਤਾ ਹੈ। ਸਿੱਖ ਕੌਮ ਦਾ ਜਿਹੜਾ ਪਹਿਲਾ ਗ੍ਰੰਥ ਹੈ, ਉਸ ਗ੍ਰੰਥ ਦਾ ਨਾਮ ਹੈ ਪੰਥ ਪ੍ਰਕਾਸ਼, ਜਿਹੜਾ ਰਤਨ ਸਿੰਘ ਭੰਗੂ ਨੇ ਲਿਖਿਆ ਹੈ। ਸਾਧ ਸੰਗਤ ਇਹ ਗੱਲ ਯਾਦ ਰੱਖਣਾ, ਸ਼ਾਇਦ ਰਤਨ ਸਿੰਘ ਭੰਗੂ ਵੀ ਨਾ ਲਿਖਦਾ। ਜਦੋਂ ਈਸਟ ਇੰਡੀਆ ਕੰਪਨੀ ਬ੍ਰਿਟਿਸ਼ ਨੇ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਨਾ ਚਾਹਿਆ ਤਾਂ ਬੂਟੇ ਸ਼ਾਹ ਨੂੰ ਹਿਮਾਚਲ ਦੀ ਮੀਟਿੰਗ 'ਚ ਬੁਲਾਇਆ ਗਿਆ। ਬੂਟੇ ਸ਼ਾਹ ਮੁਸਲਮਾਨ ਸੀ ਔਰ ਇਹਨਾਂ ਨੇ, ਅੰਗਰੇਜ਼ਾਂ ਨੇ ਕਿਹਾ ਵੀ ਸਿੱਖਾਂ ਦਾ ਇਤਿਹਾਸ ਬਾਰੇ ਦੱਸੋ ਵੀ ਸਿੱਖ ਕੌਣ ਨੇ। ਬੂਟੇ ਸ਼ਾਹ ਨੇ ਸਿੱਖਾਂ ਦੇ ਬਹੁਤ ਖਿਲਾਫ ਲਿਖਾ ਦਿੱਤਾ। ਇਹ ਗੱਲ ਜਦੋਂ ਰਤਨ ਸਿੰਘ ਭੰਗੂ ਨੂੰ ਪਤਾ ਲੱਗਦੀ ਹੈ, ਫਿਰ ਉਸ ਮੀਟਿੰਗ 'ਚ ਰਤਨ ਸਿੰਘ ਭੰਗੂ ਜਾਂਦਾ ਹੈ। ਹੁਣ ਰਤਨ ਸਿੰਘ ਭੰਗੂ ਜੋ ਹੈ, ਉਹਨਾਂ ਦਾ ਪਰਿਵਾਰ ਰਾਏ ਸਿੰਘ ਜੀ ਦੇ ਪਿਛੋਕੜ ਤੋਂ ਆ ਰਿਹਾ ਹੈਗਾ ਤੇ ਰਾਏ ਸਿੰਘ ਜਿਹੜਾ ਹੈ ਉਹ ਮਹਿਤਾਬ ਸਿੰਘ ਦਾ ਪੁੱਤਰ ਹੈ, ਜਿਹਦਾ ਜ਼ਿਕਰ ਚੱਲ ਕੇ ਹੁਣ ਸੁੱਖਾ ਸਿੰਘ ਔਰ ਮਹਿਤਾਬ ਸਿੰਘ ਮਾੜੀ ਕੰਬੋਕੇ ਤੇ ਆਉਣਾ ਹੈ। ਉਸ ਤੋਂ ਬਾਅਦ ਜੋ ਮੀਟਿੰਗ ਦੇ ਵਿੱਚ, ਜੋ ਇਤਿਹਾਸ ਵਿੱਚ ਅੰਗਰੇਜ਼ਾਂ ਦੇ ਨਾਲ ਗੱਲ 'ਚ ਲਿਖਾਇਆ ਜਾਂਦਾ ਹੈ, ਉਹੀ ਰਤਨ ਸਿੰਘ ਭੰਗੂ ਆਪਣੇ ਘਰ ਆ ਕੇ ਲਿਖਦਾ ਹੈ ਔਰ ਉਹੀ ਫਿਰ ਗ੍ਰੰਥ ਜਿਹੜਾ ਸਿੱਖ ਕੌਮ ਦਾ ਪੰਥ ਪ੍ਰਕਾਸ਼ ਬਣਦਾ ਹੈ। ਇਹ ਹੁਣ 2200 ਘੋੜਸਵਾਰ ਲੈ ਕੇ ਪਹੁੰਚ ਜਾਂਦੇ ਨੇ, ਫੈਨਾ ਆ ਜਾਂਦੀ, ਗੁਰੂ ਕੇ ਸਿੱਖਾਂ ਦੀ ਵੀ ਤਿਆਰੀ ਹੁੰਦੀ ਹੈ। ਸਿੱਖ ਪਹਿਲਾਂ ਤਿਆਰ ਹੋ ਚੁੱਕੇ ਸਨ, ਕਿਉਂਕਿ ਸਿੱਖ ਹਰ ਚੀਜ਼ ਬਰਦਾਸ਼ਤ ਕਰ ਸਕਦੇ ਨੇ। ਕੋਈ ਸਿੱਖਾਂ ਦੇ ਕੇਸਾਂ ਬਾਰੇ ਬੋਲੇ ਉਹ ਬਰਦਾਸ਼ਤ ਨਹੀਂ ਹੋ ਸਕਦਾ। ਅਸੀਂ ਰੋਜ਼ ਅਰਦਾਸ 'ਚ ਮੰਗ ਕਰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਹੁਣ ਗੁਰੂ ਕੇ ਸਿੱਖਾਂ ਨੇ ਤਿਆਰੀ ਕਰ ਲਈ ਆਪਣੀ। ਇੱਥੇ ਹੁਣ 9 ਜੂਨ 1726 ਨੂੰ ਜੰਗ ਹੁੰਦੀ ਹੈ। ਜਦੋਂ ਇਹ ਜੰਗ ਹੁੰਦੀ ਹੈ ਤੇ ਸਾਧ ਸੰਗਤ, ਜੰਗ ਦੇ ਵਿੱਚ ਸਿੱਖ ਵੀ ਲੜ ਰਹੇ ਨੇ, ਬੀਬੀਆਂ ਵੀ ਲੜ ਰਹੀਆਂ ਨੇ ਸਿੱਖਾਂ ਦੀਆਂ। ਅੱਜ
ਅਸੀਂ ਆਪਣੀਆਂ ਬੀਬੀਆਂ ਨੂੰ, ਆਪਣੀਆਂ ਧੀਆਂ ਨੂੰ ਆਪਣੇ ਇਤਿਹਾਸ ਬਾਰੇ ਬੀਬੀਆਂ ਦੇ ਨਹੀਂ ਦੱਸਿਆਗਾ ਕਦੇ। ਸਾਡੇ ਕੋਲ ਸਭ ਕੁਝ ਗੁਰੂ ਦਾ ਦਿੱਤਾ ਹੋਇਆ ਹੈ। ਮੇਰਾ ਖਿਆਲ ਹੈ ਵੀ ਸ਼ਾਇਦ ਵਿਰਲੇ ਹੀ ਸਿੱਖ ਪਰਿਵਾਰ ਹੋਣਗੇ ਜਿਨ੍ਹਾਂ ਦੇ ਘਰ ਵਿੱਚ 100 ਸਿੱਖ ਬੀਬੀਆਂ ਕਿਤਾਬ ਹੋਏਗੀ ਕਿ ਉਹ ਬੀਬੀਆਂ ਕੌਣ ਸਨ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਉੱਥੇ ਸਿੰਘਾਂ ਦੀ ਵੀ ਗੱਲ ਆਉਂਦੀ ਹੈ ਤਾਂ ਸਿੰਘਣੀਆਂ ਦੀ ਵੀ ਗੱਲ ਆਉਂਦੀ ਹੈ। ਹੁਣ ਸਾਧ ਸੰਗਤ, ਬੀਬੀਆਂ ਦਾ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਤੇ ਬੜਾ ਮਹਾਨ ਹੈ, ਜਿਨ੍ਹਾਂ ਨੇ ਕੌਮ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਨੇ। ਇੱਥੇ ਜਦੋਂ ਲੜਾਈ ਹੁੰਦੀ ਹੈ ਤਾਂ ਸਿੱਖ ਜਿਹੜੇ ਨੇ ਵਹੀਰਾਂ ਕੱਤ ਕੇ ਲੜ ਰਹੇ ਨੇ। ਇਧਰੋਂ ਹੁਣ ਜਿਹੜਾ ਮੋਮਨ ਖਾਂ ਹੈ ਉਹ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਮੇਰੇ ਭਤੀਜੇ ਨੂੰ ਤਾਰਾ ਸਿੰਘ ਵਾਂ ਨੇ ਮਾਰਿਆ ਤੇ ਮੈਂ ਵੀ ਦੇਖਣਾ ਚਾਹੁੰਦਾ ਹਾਂ। ਤੇ ਤਾਰਾ ਸਿੰਘ ਵਾਂ ਕਿੱਡਾ ਕੁ ਬਹਾਦਰ ਹੈ ਜਿਹਨੇ ਮਾਂ ਦਾ ਦੁੱਧ ਪੀਤਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ, ਉੱਚੀ ਆਵਾਜ਼ 'ਚ ਬੋਲੋ ਸਤਨਾਮ ਸ੍ਰੀ। ਕਹਿੰਦਾ ਮੈਂ ਵੀ ਦੇਖਣਾ ਚਾਹੁੰਦਾ ਵੀ ਤਾਰਾ ਸਿੰਘ ਵਾਂ ਕਿੱਡਾ ਕੁ ਬਹਾਦਰ ਹੈ। ਇਧਰੋਂ ਭਾਈ ਗੁਰਬਖਸ਼ ਸਿੰਘ ਜੀ ਨੇ ਆਵਾਜ਼ ਮਾਰ ਕੇ, ਤਾਰਾ ਸਿੰਘ ਵਾਂ ਲੜ ਰਿਹਾ ਹੈ, ਉਹਨੂੰ ਕਿਹਾ ਵੀ ਤੁਹਾਨੂੰ ਮੋਮਨ ਖਾਂ ਯਾਦ ਕਰ ਰਿਹਾ ਹੈ, ਮੋਮਨ ਖਾਂ ਨੂੰ ਦਰਸ਼ਨ ਦਿਓ। ਗੁਰੂ ਕੇ ਸਿੱਖ ਭਾਈ ਤਾਰਾ ਸਿੰਘ ਨੇ ਘੋੜਾ ਭਜਾਇਆ। ਹੁਣ ਮੋਮਨ ਖਾਂ ਜਿਹੜਾ ਹਾਥੀ ਤੇ ਬੈਠਾ ਹੋਇਆ ਹੈ ਔਰ ਉਹਨੇ ਲੋਹੇ ਦਾ ਸਨੋਹ ਪਾਇਆ ਹੋਇਆ ਹੈ, ਸੌਖੇ ਸ਼ਬਦਾਂ 'ਚ ਕਹਿਦਾ ਵੀ ਲੋਹੇ ਦਾ ਹੈਲਮਟ ਪਾਇਆ ਹੋਇਆ ਹੈ। ਉਹ ਸਾਰਾ ਕਵਰ ਹੈ, ਨੱਕ ਤੱਕ ਸਿਰਫ ਅੱਖਾਂ ਦਿਖਾਈ ਦਿੰਦੀਆਂ, ਕੰਨ ਵੀ ਉਹਦੇ ਕਵਰ ਨੇ, ਤੇ ਹਾਥੀ ਤੇ ਬੈਠਾ ਹੋਇਆ ਹੈ। ਹੁਣ ਇਹ ਕਹਿ ਰਿਹਾ ਸੀ ਕਿ ਮੈਂ ਦੇਖਣਾ ਚਾਹੁੰਦਾ ਤਾਰਾ ਸਿੰਘ ਵਾਂ ਕੌਣ ਹੈ ਜਿਸ ਨੇ ਮੇਰੇ ਭਤੀਜੇ ਨੂੰ ਮਾਰਤਾ, ਕਿੱਡਾ ਕੁ ਬਹਾਦਰ ਹੈ ਮੇਰੇ ਅੱਗੇ। ਭਾਈ ਗੁਰਬਖਸ਼ ਸਿੰਘ ਨੇ ਜਦੋਂ ਕਿਹਾ ਵੀ ਮੋਮਨ ਖਾਂ ਤੁਹਾਨੂੰ ਯਾਦ ਕਰ ਰਿਹਾ ਹੈ, ਤਾਂ ਇਸ ਗੁਰੂ ਕੇ ਸਿੱਖ ਨੇ ਘੋੜਾ ਭਜਾ ਕੇ ਤੇ ਇਹਦੇ ਹੱਥ ਵਿੱਚ ਹੈ ਨੇਜਾ, ਔਰ ਬੜਾ ਤਿੱਖਾ ਹੈ ਨੇਜਾ। ਜਦੋਂ ਗੁਰੂ ਕੇ ਸਿੱਖ ਨੇ ਭਜਾ ਕੇ ਔਰ ਇਹਦੇ ਮੱਥੇ ਦੇ ਵਿੱਚ ਲੋਹੇ ਦੇ ਸਨੋਹ ਦੇ ਵਿੱਚ ਮਾਰਿਆ ਔਰ ਲੋਹੇ ਦਾ ਸਨੋਹ ਪਟ ਗਿਆ। ਔਰ ਜਦੋਂ ਇਹਦੇ ਮੱਥੇ ਦੇ ਵਿੱਚ ਉਹ ਨੇਜਾ ਨਿਕਲ ਗਿਆ, ਬਰਸ਼ਾ ਨਿਕਲ ਗਿਆ, ਤਾਂ ਇਹਦੇ ਮੂੰਹ 'ਚ ਮੋਮਨ ਖਾਂ ਦੇ ਖੂਨ ਆ ਗਿਆ। ਹੁਣ ਜਦੋਂ ਖੂਨ ਆਇਆ ਤੇ ਹਾਥੀ ਪਿੱਛੇ ਨੂੰ ਭੱਜਿਆ। ਨਾਲ ਇਹਦਾ ਇੱਕ ਜਰਨੈਲ ਹੈ, ਉਹਦਾ ਨਾਂ ਹੈ ਤੱਕੀ ਖਾਂ, ਉਹ ਬੜਾ ਮਜ਼ਾਕੀਆ ਸੀਗਾ। ਮੋਮਨ ਖਾਂ ਦੇ ਜਦੋਂ ਭਾਈ ਤਾਰਾ ਸਿੰਘ ਵਾਂ ਨੇ ਨੇਜਾ ਮਾਰਿਆ ਤੇ ਭਾਈ ਤਾਰਾ ਸਿੰਘ ਵਾਂ ਕਹਿੰਦੇ ਮੋਮਨ ਖਾਂ ਤੂੰ ਯਾਦ ਕਰ ਰਿਹਾ ਸੀ ਨਾ ਤਾਰਾ ਸਿੰਘ ਵਾਂ ਕੌਣ ਹੈ? ਕਹਿੰਦਾ ਇਹਨੂੰ ਹੀ ਤਾਰਾ ਸਿੰਘ ਵਾਂ ਕਹਿੰਦੇ ਨੇ। ਜਦੋਂ ਇਹਦੇ ਨੇਜਾ ਵੱਜਿਆ, ਮੂੰਹ 'ਚ ਖੂਨ ਆ ਗਿਆ। ਨਾਲ ਤੱਕੀ ਖਾਂ ਜਿਹੜਾ ਸੀਗਾ ਪਿੱਛੇ ਨੂੰ ਭੱਜਿਆ ਹਾਥੀ, ਔਰ ਕਹਿਣ ਲੱਗਾ, ਤੱਕੀ ਖਾਂ ਕਹਿੰਦਾ ਜਨਾਬ ਪਾਨ ਖਾ ਰਹੇ ਹੋ, ਕਿਉਂਕਿ ਉਹਦੇ ਮੂੰਹ 'ਚ ਖੂਨ ਆ ਗਿਆ। ਕਹਿੰਦਾ ਜਨਾਬ ਪਾਨ ਖਾ ਰਹੇ ਹੋ। ਔਰ ਮੋਮਨ ਖਾਂ ਤੱਕੀ ਖਾਂ ਨੂੰ ਕਹਿੰਦਾ ਜਾ ਤੇਰਾ ਪਿਓ ਤਾਰਾ ਸਿੰਘ ਵਾਂ ਬੀੜੇ ਵੰਡ ਰਿਹਾ, ਤੂੰ ਵੀ ਅੱਗੇ ਜਾ ਕੇ ਇੱਕ ਲੈ ਆ। ਔਰ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਸਾਧ ਸੰਗਤ। ਜਦੋਂ ਇੱਥੇ ਲੜਾਈ ਹੋਈ ਹੈ, ਹੁਣ ਇਸ ਲੜਾਈ ਦੇ ਵਿੱਚ ਮੋਮਨ ਖਾਂ ਮਾਰਿਆ ਗਿਆ ਸਿੱਖਾਂ ਦੇ ਹੱਥੋਂ। ਗੁਰੂ ਕੇ ਸਿੱਖਾਂ ਨੇ ਉਹ ਹਾਥੀ ਜਿਹੜਾ ਅੱਗੇ ਵੱਧ ਕੇ ਆਉਂਦਾ ਸੀ ਉਹਦੀ ਸੁੰਡੀ ਵੱਢ ਦਿੱਤੀ ਹੈ। ਸਰਦਾਰ ਅਮਰ ਸਿੰਘ ਨੇ ਆਪਣੀ ਟੁੱਟੀ ਹੋਈ ਕਿਰਪਾਨ, ਟੁੱਟ ਗਈ ਹੈ, ਟੁੱਟੀ ਹੋਈ ਕਿਰਪਾਨ ਦੇ ਨਾਲ ਹੀ ਹਾਥੀ ਦਾ ਅੱਗੋਂ ਸਿਰ ਵੱਢ ਦਿੱਤਾ ਔਰ ਹਾਥੀ ਪਿੱਛੇ ਨੂੰ ਭੱਜਿਆ। ਇਹਦੇ 'ਚ ਸਿੱਖ ਵੀ ਸ਼ਹੀਦ ਹੋਏ। ਇਹਦੇ ਵਿੱਚ ਹੀ 9 ਜੂਨ 1726 ਨੂੰ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਹੈ ਔਰ ਹੋਰ ਬਹੁਤ ਸਾਰੇ ਸਿੱਖ ਜਿਹੜੇ ਸ਼ਹੀਦ ਹੁੰਦੇ ਨੇ। ਇਹਨਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਬਾਕੀ ਦੀ ਜਥੇਬੰਦੀਆਂ ਨੂੰ ਪਤਾ ਚੱਲਦਾ ਹੈ ਤਾਂ ਫਿਰ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ। ਇੱਕ ਸ਼ਬਦ ਸਿੱਖ ਕੌਮ ਦੇ ਅੰਦਰ ਆ ਰਿਹਾ ਹੈ, ਉਸ ਸ਼ਬਦ ਦਾ ਨਾਮ ਹੈ ਸਰਬੱਤ ਖਾਲਸਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇਹ ਸਰਬੱਤ ਖਾਲਸਾ 84 ਤੋਂ ਬਾਅਦ ਸਰਦਾਰ ਸਰਜੀਤ ਸਿੰਘ ਬਰਨਾਲਾ ਨੇ ਕਰਾਇਆ ਸੀਗਾ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਕਰਾਇਆ ਸੀਗਾ। ਉਹ ਸ਼ਾਇਦ ਉਹ ਪੋਲੀਟੀਕਲ ਸਟੰਟ ਹੀ ਸੀਗਾ, ਹੋਰ ਇਸ ਤੋਂ ਇਲਾਵਾ ਸਰਬੱਤ ਖਾਲਸੇ ਦਾ ਕੋਈ ਮੀਨਿੰਗ ਨਹੀਂ ਨਿਕਲ ਪਾਏਗਾ। ਜਿੰਨਾ ਚਿਕਰ ਸਿੱਖ ਕੌਮ ਸਰਬੱਤ ਖਾਲਸਾ ਨਹੀਂ ਕਰਦੀਗੀ, ਉਹਨਾਂ ਚਿਕਰ ਸਰਬੱਤ ਖਾਲਸੇ ਤੋਂ ਇਲਾਵਾ ਸਿੱਖ ਕੌਮ ਦੀ ਏਕਤਾ ਨਹੀਂ ਬਣ ਸਕਦੀਗੀ। ਇਹ ਗੱਲ ਯਾਦ ਰੱਖਣਾ। ਸਰਬੱਤ ਖਾਲਸੇ ਦੇ ਵਿੱਚ ਹੀ ਪੂਰੀ ਕੌਮ ਦੀ ਏਕਤਾ ਬਣੇਗੀ। ਇਹਨਾਂ ਦੇ ਵਿੱਚੋਂ ਗੁਰੂ ਕੇ ਸਿੱਖਾਂ ਨੇ ਸਰਬੱਤ ਖਾਲਸਾ ਸੱਦਿਆ ਸਰਦਾਰ ਬੁੱਧ ਸਿੰਘ ਹੈ ਔਰ ਸ਼ੁਕਰ ਚੱਕੀਆ ਸਰਦਾਰ ਭਾਗ ਸਿੰਘ ਹੱਲੋਵਾਲੀਆ। ਇਹ ਦੋ ਕੌਮ ਦੇ ਜਰਨੈਲ ਹਨ। ਇਹਨਾਂ ਨੇ 1726 ਦੇ ਵਿੱਚ ਹੀ ਸਰਬੱਤ ਖਾਲਸਾ ਸੱਦਿਆ ਹੈ। ਸਰਬੱਤ ਖਾਲਸੇ ਦੀ ਮੀਟਿੰਗ ਦੇ ਵਿੱਚ ਇਹ ਗੱਲ
ਮਤਾ ਪਾਸ ਕੀਤਾ ਗਿਆ ਕਿ ਸਿੱਖਾਂ ਦੇ ਉੱਪਰ ਜਿਹੜੇ ਹਨ ਅਬੁੱਧ ਸਮਦ ਖਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਇਹਨਾਂ ਨੂੰ ਰੋਕਿਆ ਜਾਏ। ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ ਹੈ ਕਿ ਸਭ ਤੋਂ ਪਹਿਲਾਂ ਸਰਕਾਰੀ ਖਜ਼ਾਨੇ ਲੁੱਟੇ ਜਾਣਗੇ, ਘੋੜੇ ਲੁੱਟੇ ਜਾਣਗੇ। ਹੁਣ ਲਾਹੌਰ ਨੂੰ ਖਜ਼ਾਨਾ ਜਾ ਰਿਹਾ ਹੈ, ਕਾਬਲ ਤੋਂ ਜਿਹੜਾ ਖਜ਼ਾਨਾ ਆਉਂਦਾ ਹੈ ਉਹ ਲਾਹੌਰ ਪਹੁੰਚਣਾ ਹੈ, ਤੇ ਗੁਰੂ ਕੇ ਸਿੱਖਾਂ ਨੂੰ ਪਤਾ ਚੱਲਦਾ ਹੈ। ਔਰ ਇਹ ਜਿਹੜੇ ਲਾਹੌਰ ਦੇ ਪੰਜਾਬ ਦੇ ਇਹ ਇਲਾਕੇ ਨੇ ਸਾਰੇ ਸਿੱਖਾਂ ਦੇ ਇਲਾਕੇ ਹਨ। ਇਹ ਬਦਕਿਸਮਤੀ ਹੈ ਸਿੱਖ ਕੌਮ ਦੀ ਕਿ ਜਦੋਂ 1965 ਦੀ ਜੰਗ ਸਿੱਖ ਕੌਮ ਨੇ ਜਿੱਤੀ ਹੈ ਔਰ ਉਹ ਲਾਹੌਰ ਵੀ ਜਿੱਤਿਆ ਗਿਆ ਸੀਗਾ, ਇਹ ਯਾਦ ਰੱਖਣਾ, ਲਾਹੌਰ ਵੀ ਜਿੱਤਿਆ ਗਿਆ ਸੀਗਾ। ਬਾਅਦ ਵਿੱਚ ਸਰਕਾਰ ਨੇ ਵਾਪਸ ਕਰ ਦਿੱਤਾ ਸੀਗਾ ਕਿ ਉਹਦਾ ਕਾਰਨ ਕੀ ਸੀ ਕਿ ਅਗਰ ਲਾਹੌਰ ਇਹਦੇ ਵਿੱਚ ਆ ਜਾਂਦਾ ਹੈ ਤੇ ਲਾਹੌਰ ਆਏਗਾ ਤੇ ਇਸ ਤੋਂ ਬਾਅਦ ਸਿੱਖ ਜਿਹੜੇ ਹਨ ਹੋ ਸਕਦਾ ਹੈ ਬਗਾਵਤ ਹੋ ਸਕਦੀ ਹੈ, ਕਿ ਉਹਦੇ ਵਿੱਚ ਆਪਣੇ ਰਾਜ ਦੀ ਗੱਲ ਚੱਲੇਗੀ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇਹ ਖਜ਼ਾਨਾ ਜਿਹੜਾ ਲਾਹੌਰ ਆਉਣਾ ਹੈ, ਕਾਬਲ ਤੋਂ ਚੱਲਣਾ ਹੈ ਤੇ ਦਿੱਲੀ ਪਹੁੰਚਣਾ ਹੈ। ਗੁਰੂ ਕੇ ਸਿੱਖਾਂ ਨੂੰ ਪਤਾ ਚੱਲਦਾ ਹੈ, ਲਾਹੌਰ ਤੋਂ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਕੇ ਸਿੱਖ ਜਿਹੜੇ ਇਸ ਤੇ ਹਮਲਾ ਕਰਦੇ ਹਨ ਔਰ ਇਹ ਖਜ਼ਾਨੇ ਲੁੱਟੇ ਜਾਂਦੇ ਹਨ ਸਰਕਾਰ ਦੇ। ਲੁੱਟਣ ਤੋਂ ਬਾਅਦ ਸਿੱਖ ਜਿਹੜੇ ਹਨ ਜੰਗਲਾਂ ਵਿੱਚ ਚਲੇ ਜਾਂਦੇ ਨੇ। ਸਮਾਂ ਆ ਗਿਆ ਹੈ 1727 ਦਾ, ਇਹਦੇ ਵਿੱਚ ਫਿਰ ਦੁਬਾਰਾ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ। ਇਹਦੇ ਵਿੱਚ ਇਹੀ ਮਤਾ ਪਾਸ ਹੁੰਦਾ ਹੈ ਕਿ ਜਿਹੜਾ ਲਾਹੌਰ ਤੋਂ ਹੁਣ ਦਿੱਲੀ ਖਜ਼ਾਨਾ ਜਾਣਾ ਹੈ, ਸਿੱਖਾਂ ਨੂੰ ਖਬਰ ਮਿਲਦੀ ਹੈ ਕਿ ਇਸ ਨੂੰ ਲੁੱਟਿਆ ਜਾਏ, ਜਿਹਦੇ ਵਿੱਚ ਕਰੀਬਨ 10 ਕਰੋੜ ਰੁਪਏ ਦਾ ਖਜ਼ਾਨਾ ਹੈ। 700 ਘੋੜੇ ਹਨ ਜਿਹਦੇ ਵਿੱਚ ਦਿੱਲੀ ਜਾਣੇ ਹਨ। ਇਹਨਾਂ ਵਿੱਚੋਂ ਸਿੱਖਾਂ ਨੇ ਜਦੋਂ ਇਹ ਖਜ਼ਾਨਾ ਲੁੱਟਿਆ ਗਿਆ ਤੇ ਸਿੱਖਾਂ ਨੂੰ ਇਹ ਖਬਰ ਮਿਲਦੀ ਹੈ, ਇਹਦੇ ਵਿੱਚ ਕੱਪੜੇ ਹਨ, ਚਾਦਰਾਂ ਹਨ, ਬਿਸਤਰੇ ਹਨ, ਬਹੁਤ ਸਾਜੋ ਸਮਾਨ ਜਾਣਾ, ਬਹੁਤ ਵੱਡਾ ਕਾਫਲਾ ਜਾਣਾ ਹੈ। ਹੁਣ ਜਦੋਂ ਇਹ ਖਬਰ ਮਿਲਦੀ ਸਿੱਖਾਂ ਨੂੰ ਵੀ ਇਹ ਖਜ਼ਾਨਾ ਕੇਵਲ ਪ੍ਰਤਾਪ ਚੰਦ ਸਿਆਲਕੋਟੀਏ ਦੇ ਕਾਗਜ਼ਾਂ 'ਚ ਹੈ, ਸਰਕਾਰ ਦੇ ਕਾਗਜ਼ਾਂ 'ਚ ਨਹੀਂ ਚੜਿਆ ਖਜ਼ਾਨਾ, ਤੇ ਇਹਦੀ ਜ਼ਿੰਮੇਵਾਰੀ ਪ੍ਰਤਾਪ ਚੰਦ ਸਿਆਲਕੋਟੀ ਦੀ ਹੈ ਔਰ ਇਹ ਸਾਰਾ ਹਰਜਾਨਾ ਇਸ ਨੂੰ ਭਰਨਾ ਪਏਗਾ। ਜਦੋਂ ਸਿੱਖਾਂ ਨੇ ਕਰੀਬਨ 10 ਕਰੋੜ ਦੇ ਕਰੀਬ ਦਾ ਉਸ ਸਮੇਂ ਖਜ਼ਾਨਾ ਲੁੱਟਿਆ, ਬਹੁਤ ਵੱਡਾ ਖਜ਼ਾਨਾ ਲੁੱਟਿਆ, ਜਦੋਂ ਸਿੱਖਾਂ ਨੇ ਖਜ਼ਾਨਾ ਲੁੱਟਿਆ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਕੇਵਲ ਪ੍ਰਤਾਪ ਚੰਦ ਸਿਆਲਕੋਟੀਏ ਨੂੰ ਭਰਨਾ ਪਏਗਾ, ਤੇ ਸਿੱਖਾਂ ਨੇ ਉਹਦਾ ਘਰ ਲੱਭ ਕੇ ਤੇ ਦੂਜੇ ਦਿਨ ਰਾਤੋਂ ਰਾਤ ਪੂਰਾ ਖਜ਼ਾਨਾ, ਸਾਜੋ ਸਮਾਨ, ਚਾਦਰਾਂ, ਕੱਪੜੇ, ਮੰਜੇ ਸਾਰੇ ਉਹਦੇ ਘਰ ਪਹੁੰਚਾਤੇ। ਹੁਣ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਦੇਖਦਾ ਹੈ, ਕਹਿੰਦੇ ਜੀ ਤੁਹਾਡਾ ਸਾਜੋ ਸਮਾਨ ਹੈ, ਸਾਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਤੁਹਾਡੀ ਇਕੱਲੇ ਦੀ ਜ਼ਿੰਮੇਵਾਰੀ ਹੈ। ਸਾਨੂੰ ਲੱਗਿਆ ਸਿੱਖਾਂ ਨੇ ਕਿਹਾ ਕਿ ਇਹ ਸਰਕਾਰ ਦੇ ਕਾਗਜ਼ਾਂ 'ਚ ਆ ਚੁੱਕਿਆ ਹੈ, ਤੇ ਤੂੰ ਗਿਣ ਲਾ। ਜਦੋਂ ਉਹਨੇ ਗਿਣਿਆ ਤੇ ਇੱਕ ਵੀ ਚਾਦਰ, ਇੱਕ ਵੀ ਕੱਪੜਾ ਘੱਟ ਨਹੀਂ ਨਿਕਲਿਆਗਾ। ਸਿੱਖ ਇੰਨੇ ਇਮਾਨਦਾਰ। ਔਰ ਪ੍ਰਤਾਪ ਚੰਦ ਸਿਆਲਕੋਟੀਏ ਦੀ ਅੱਖਾਂ 'ਚ ਪਾਣੀ ਆ ਗਿਆ, ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਧਰਮੀ ਕਹਾਂ ਜਾਂ ਚੋਰ ਕਹਾਂ ਕਿ ਤੁਸੀਂ ਇੰਨੇ ਇਮਾਨਦਾਰ, ਇੰਨੇ ਵਫਾਦਾਰ ਹੋ। ਕਹਿੰਦੇ ਗੁਰੂ ਕਾ ਸਿੱਖ ਜਿਹੜਾ ਹੈ ਉਹ ਕਦੇ ਗਰੀਬ ਮਾਰ ਨਹੀਂ ਕਰਦਾਗਾ, ਕਦੇ ਯਾਰ ਮਾਰ ਨਹੀਂ ਕਰਦਾਗਾ, ਔਰ ਤੂੰ ਸਾਰਾ ਖਜ਼ਾਨਾ ਤੈਨੂੰ ਭਰਨਾ ਪਏਗਾ। ਔਰ ਗੁਰੂ ਕੇ ਸਿੱਖਾਂ ਨੇ ਜਿੰਨਾ ਲੁੱਟਿਆ ਸਾਜੋ ਸਮਾਨ ਸਾਰਾ ਉਹਦੇ ਕੋਲ ਵਾਪਸ ਪਹੁੰਚਾ ਦਿੱਤਾ ਗਿਆ। ਅਗਲੇ ਹੁਣ ਜਿਹੜੀ ਗੁਰੂ ਕੇ ਸਿੱਖਾਂ ਦੀ ਮੀਟਿੰਗ ਹੋਣੀ ਹੈ, ਇਹਦੇ ਵਿੱਚ ਹੁਣ ਸਿੱਖ ਕੌਮ ਦਾ ਇੱਕ ਦਲ ਕੰਮ ਕਰ ਰਿਹਾ ਜਿਹਨੂੰ ਕਹਿੰਦੇ ਨੇ ਦਲ ਖਾਲਸਾ। ਯਾਦ ਰੱਖਣਾ, ਅੱਗੇ ਇਤਿਹਾਸ ਕੰਮ ਹੋਣਾ ਹੈ ਦਲ ਖਾਲਸਾ। ਇਹਦੇ ਵਿੱਚ ਦਲ ਖਾਲਸੇ ਦਾ ਜਥੇਦਾਰ ਹੈ ਭਾਈ ਦਰਬਾਰਾ ਸਿੰਘ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਦਿਨ ਸ਼ਾਮ ਨੂੰ ਬੱਚਿਆਂ ਦਾ ਇੱਥੇ ਪ੍ਰੋਗਰਾਮ ਰੱਖਿਆ ਜਾਣਾ ਹੈ, ਸਪੈਸ਼ਲੀ ਸਾਰੇ ਬੱਚਿਆਂ ਦਾ, ਸੰਗਤ ਦਾ ਵੀ ਰੱਖਿਆ ਜਾਏਗਾ, ਲੰਗਰ ਹਾਲ 'ਚ ਰੱਖਿਆ ਜਾਏਗਾ, ਪ੍ਰੋਜੈਕਟਰ ਸਿਸਟਮ ਦੇ ਨਾਲ ਕੋਟਲੈਸ ਮਾਈਕ ਦਾ ਅਰੇਂਜ ਕਰਾਂਗੇ। ਤੁਹਾਡੇ ਕੋਈ ਕੁਐਸਚਨ ਸਵਾਲ ਹੋਣਗੇ, ਬੱਚਿਆਂ ਨੂੰ ਉਹ ਚੀਜ਼ਾਂ ਦਿਖਾਈਆਂ ਜਾਣਗੀਆਂ ਜਿਹੜੀਆਂ ਉਹਨਾਂ ਨੇ ਕਦੇ ਦੇਖੀਆਂ ਨਹੀਂ ਹੋਣਗੀਆਂ, ਜਿਹੜਿਆਂ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਹੋਏਗਾ। ਦਲ ਖਾਲਸੇ ਦਾ ਜਥੇਦਾਰ ਹੈ ਭਾਈ ਦਰਬਾਰਾ ਸਿੰਘ। ਦਰਬਾਰਾ ਸਿੰਘ ਕੌਣ ਹੈ? ਦਰਬਾਰਾ ਸਿੰਘ ਹੈ, ਤੁਸੀਂ ਭਾਈ ਜੈਤਾ ਜੀ ਦਾ ਨਾਮ ਸੁਣਿਆ ਹੋਏਗਾ ਜੀ, ਜਿਹੜੇ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਗਏ ਨੇ। ਜੈਤਾ ਜੀ ਦੇ ਨਾਲ ਇੱਕ ਹੋਰ ਸਿੱਖ ਨੇ, ਉਹਦਾ ਨਾਮ ਹੈ ਭਾਈ ਨਾਨੂ ਜੀ, ਉਹ ਵੀ ਦਿੱਲੀ ਦੇ ਰਹਿਣ ਵਾਲੇ ਨੇ। ਤੇ ਭਾਈ ਨਾਨੂ ਜੀ ਤੇ ਭਾਈ ਜੈਤਾ ਜੀ ਦੋ ਸਿੱਖ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਨੇ। ਨਾਨੂ ਸਿੰਘ ਅੰਮ੍ਰਿਤ ਛਕ ਕੇ ਨਾਨੂ ਸਿੰਘ ਬਣ ਜਾਂਦਾ ਹੈ, ਔਰ ਇਹੀ ਨਾਨੂ ਸਿੰਘ ਜਿਹੜਾ ਹੈ ਚਮਕੌਰ ਦੀ ਗੜੀ ਵਿੱਚ 40 ਮੁਕਤਿਆਂ 'ਚ ਸ਼ਹੀਦ ਹੁੰਦਾ ਹੈ। ਨਾਨੂ ਸਿੰਘ ਦਾ ਪੁੱਤਰ ਹੈ ਭਾਈ ਦਰਬਾਰਾ ਸਿੰਘ, ਜਿਹੜਾ ਦਲ ਖਾਲਸੇ ਦਾ
ਜਥੇਦਾਰ ਬਣਦਾ ਹੈ। ਇਹਨਾਂ ਨੇ ਹੁਣ ਗੁਰੂ ਕੇ ਸਿੱਖਾਂ ਨੇ ਇੱਕ ਮੀਟਿੰਗ ਸੱਦੀ ਹੈ। ਉਸ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਸਿੱਖਾਂ ਦੀ ਜਥੇਬੰਦੀ ਹੋਵੇ, ਸ੍ਰੀ ਹਰਮੰਦਰ ਸਾਹਿਬ ਜੀ ਗੁਰੂ ਧਾਮਾਂ ਦੀ ਸੇਵਾ ਸੰਭਾਲ ਕੀਤੀ ਜਾਵੇ। ਇਹ ਮੀਟਿੰਗ ਜਿਹੜੀ ਹੈ ਤਕਰੀਬਨ ਵਿਦਵਾਨਾਂ ਨੇ 1732 ਔਰ 33 ਦੀ ਲਿਖੀ ਹੈ। ਇਹਦੇ ਵਿੱਚ ਹੁਣ ਮਤੇ ਪਾਸ ਕੀਤੇ ਗਏ ਨੇ, ਦੀਵਾਨ ਸਜਾਇਆ ਗਿਆ। ਇਹਨਾਂ ਦੇ ਵਿੱਚ ਜਿਹੜੀ ਦਲ ਖਾਲਸਾ ਚੱਲਦਾ ਆ ਰਿਹਾ, ਹੁਣ ਇਹਨਾਂ ਨੇ ਦੋ ਦਲ ਬਣਾਏ ਨੇ। ਇੱਕ ਦਲ ਦਾ ਨਾਮ ਹੈ ਬੁੱਢਾ ਦਲ ਔਰ ਦੂਸਰੇ ਦਾ ਨਾਮ ਤਰੁਣਾ ਦਲ। ਨੌਜਵਾਨ ਅਤੇ ਬੁੱਢਿਆਂ ਦਾ, ਬਜ਼ੁਰਗ ਵੱਖਰੇ ਕਰ ਦਿੱਤੇ ਨੇ, ਜਵਾਨ ਵੱਖਰੇ ਕਰ ਦਿੱਤੇ ਨੇ। ਬਜ਼ੁਰਗਾਂ ਦੀ ਇਹ ਸੇਵਾ ਲਾਈ ਗਈ ਹੈ ਕਿ ਤੁਸੀਂ ਬਾਕੀ ਦੇ ਬੱਚਿਆਂ ਨੂੰ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੇਣੀ ਹੈ, ਗੱਤਕੇ ਦੀ ਟ੍ਰੇਨਿੰਗ ਦੇਣੀ, ਕਿਰਪਾਨ ਚਲਾਉਣ ਦੀ ਸਿੱਖਿਆ ਦੇਣੀ। ਜਿਹੜਾ ਵਿਰਾਸਤੀ ਗੱਤਕਾ ਸੀ ਸਿੱਖ ਕੌਮ ਦਾ, ਅੱਜ ਉਹ ਅਲੋਪ ਹੋ ਗਿਆ। ਦਿੱਲੀ ਵਿੱਚ ਸ਼ਾਇਦ ਘੱਟ ਗੁਰਦੁਆਰੇ ਹੋਣਗੇ ਜਿੱਥੇ ਆਪਣੇ ਬੱਚਿਆਂ ਨੂੰ ਗੱਤਕੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਹ ਅਲੋਪ ਹੋ ਗਈਆਂ, ਖਤਮ ਹੋ ਗਈਆਂ ਉਹ ਚੀਜ਼ਾਂ। ਸਾਧ ਸੰਗਤ, ਇੱਥੇ ਫਿਰ ਦੋ ਦਲ ਬਣਾਏ ਗਏ। 1733 ਦੇ ਹੀ ਇਸ ਸਰਬੱਤ ਖਾਲਸੇ ਦੀ ਮੀਟਿੰਗ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਬਣਦੀ ਹੈ। ਉਸ ਤੋਂ ਪਹਿਲਾਂ ਸਿਰਫ ਸਪਤਾਹਿਕ ਪਾਠ ਜਾਂ ਸਹਿਜ ਪਾਠ ਦੀ ਮਰਿਆਦਾ। ਆਪ ਨੂੰ ਪਤਾ ਹੋਏਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਵੈਸੇ ਹੁਣ ਤਾਂ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਹੈ ਸਪਤਾਹਿਕ ਪਾਠ ਬਾਰੇ। ਹੁਣ ਸਹਿਜ ਪਾਠ ਬਾਰੇ ਪਤਾ ਹੈ, ਜਿਹੜੇ ਸਾਡੇ ਬਜ਼ੁਰਗ ਬੈਠੇ ਨੇ ਸਿਆਣੇ, ਉਹਨਾਂ ਨੂੰ ਪਤਾ ਸਪਤਾਹਿਕ ਪਾਠ ਹੁੰਦਾ ਸੀਗਾ। ਉਹ ਇਹ ਮਰਿਆਦਾ ਸੀ ਵੀ ਜਦੋਂ ਸਪਤਾਹਿਕ ਪਾਠ ਚੱਲਦਾ ਹੈ ਤਾਂ ਉਹਦੇ ਵਿੱਚ ਵਿਘਨ ਪੈਂਦਾ ਹੈ, ਕਿਉਂ ਨਾ ਇਹਨੂੰ 48 ਘੰਟਿਆਂ 'ਚ ਸੰਪੂਰਨ ਕੀਤਾ ਜਾਏ। ਇਹ ਮਰਿਆਦਾ ਜਿਹੜੀ ਹੈ ਇਹ ਦਲ ਖਾਲਸੇ ਦੀ ਬਣਾਈ ਗਈ ਔਰ ਇਹਦੇ ਵਿੱਚ ਬੜੇ ਸਾਰੇ ਮਤੇ ਪਾਸ ਹੋਏ। ਇਹਦੇ 'ਚ ਦੋ ਦਲ ਬਣਾਏ ਗਏ, ਬੁੱਢਾ ਦਲ ਤੇ ਤਰੁਣਾ ਦਲ। ਇਹ ਦੋ ਦਲ ਬਣਾਏ ਗਏ 1733 ਦੇ ਵਿੱਚ ਹੀ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਬਣਾਏ ਗਏ ਭਾਈ ਮਨੀ ਸਿੰਘ ਜੀ ਨੂੰ। ਦਰਬਾਰ, ਜਦੋਂ ਤੁਸੀਂ ਗ੍ਰੰਥੀ ਪ੍ਰਣਾਲੀ, ਇੱਕ ਕਿਤਾਬ ਛਪੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗ੍ਰੰਥੀ ਪ੍ਰਣਾਲੀ ਕੀ ਹੈ, ਕਿੱਥੋਂ ਕਿੱਥੋਂ ਕਿਹੜੇ ਗ੍ਰੰਥੀ ਆਉਂਦੇ ਹਨ। ਗ੍ਰੰਥੀ ਸਿੰਘ ਤੋਂ ਇਲਾਵਾ ਦਰਬਾਰ ਸਾਹਿਬ ਦੇ ਅੰਦਰ 5 ਚੌਰ ਬਰਦਾਰ ਹੁੰਦੇ ਹਨ। ਜਦੋਂ ਗ੍ਰੰਥੀ ਸਿੰਘ ਜੀ ਮੌਜੂਦ ਨਹੀਂ ਹੁੰਦਾ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਕਰਨ ਵਾਲੇ ਬਕਾਇਦਾ ਚੌਰ ਬਰਦਾਰ ਹੁੰਦੇ ਹਨ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੁਣ ਤਾਂ ਅੱਜ ਕੱਲ੍ਹ ਫੈਸ਼ਨ ਬਣ ਗਿਆ ਹੈ ਚੌਰ ਸਾਹਿਬ ਕਰਨ ਦਾ ਵੀ, ਕਿ ਨਾ ਬੰਦਾ ਹੱਥ ਧੋਂਦਾ ਹੈ ਤੇ ਨਾ ਮੂੰਹ ਧੋਂਦਾ ਹੈ ਤੇ ਚੌਰ ਫੜ ਲੈਂਦਾ ਹੈ। ਹੁਣ ਹੋਰ ਦੂਰ ਚਲੋ ਕਿ ਸਿੰਧੀ ਸਮਾਜ ਵਿੱਚ ਤਾਂ ਚੁੰਮਣ ਦਾ ਰਿਵਾਜ ਸੀ, ਚੌਰ ਨੂੰ ਚੁੰਮਦੇ ਸੀ, ਹੁਣ ਸਿੱਖ ਵੀ ਚੁੰਮਣ ਲੱਗ ਪਏ ਨੇ। ਆਖੋ ਸਤਨਾਮ ਸ੍ਰੀ। ਇੱਕ ਬੰਦਾ ਤੇ ਮੈਂ ਦੇਖਿਆ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਚੁੰਮੀ ਜਾ ਰਿਹਾ ਸੀਗਾ। ਗੁਰੂ ਗਿਆਨ ਹੈ ਔਰ ਗਿਆਨ ਨੂੰ ਪੜ੍ਹਨਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਨੂੰ ਪੜ੍ਹਨਾ ਹੈ। ਤੇ ਹੁਣ ਜੇ ਤੁਹਾਡਾ ਬੱਚਾ ਜਿਹੜਾ ਹੈ ਕਿਤਾਬ ਪੜ੍ਹਦਾ ਹੈ ਔਰ ਉਹਨੂੰ ਕਿਤਾਬਾਂ ਨੂੰ ਚੌਰ ਸਾਹਿਬ ਹੀ ਕਰੀ ਜਾਵੇ ਤੇ ਕਦੇ ਪੜ੍ਹੇ ਨਾ, ਉਹਨੂੰ ਗਿਆਨ ਹੋ ਜਾਏਗਾ। ਇਸ ਕਰਕੇ ਚੌਰ ਸਾਹਿਬ ਸਤਿਕਾਰ ਦਾ ਵਿਸ਼ਾ ਹੈ, ਰਿਸਪੈਕਟ ਦਾ ਵਿਸ਼ਾ ਹੈ। ਮੱਥਾ ਟੇਕਣਾ ਸਤਿਕਾਰ ਹੈ। ਲੇਕਿਨ ਗੁਰੂ ਤਾਂ ਕਹਿ ਰਿਹਾ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ, ਉਹਨੂੰ ਸ਼ਬਦ ਨੂੰ ਖੋਜਣਾ ਹੈ। ਇਹ ਰਿਵਾਜ ਬਣ ਗਿਆ। ਸਾਧ ਸੰਗਤ, ਇੱਕ ਗੁਰੂ ਕੇ ਸਿੱਖਾਂ ਨੇ ਹੁਕਮ ਕੀਤਾ ਕਿ ਭਾਈ ਸਾਹਿਬ ਜੀ ਇੱਕ ਸਿੱਖ ਆਉਂਦੇ ਨੇ, 100 ਦੀ ਸਪੀਡ ਤੇ ਚੌਰ ਕਰਦੇ ਨੇ। ਆਖੋ ਸਤਨਾਮ ਸ੍ਰੀ। ਉਹ ਬੜੇ ਜੋਸ਼ ਨਾਲ ਮੈਂ ਉਹਨਾਂ ਨੂੰ ਬੇਨਤੀ ਕਰੀ, ਭਾਈ ਸਾਹਿਬ ਜੀ ਵੀ ਚੌਰ ਜਿਹੜਾ ਹੈ ਉਹ ਸਤਿਕਾਰ ਦਾ ਵਿਸ਼ਾ ਹੈ, ਸਪੀਡ ਦਾ ਵਿਸ਼ਾ ਨਹੀਂ ਹੈ। ਇੱਕ ਬੰਦਾ ਬਾਬਾ ਜੀ ਕੋਲ ਗਿਆ, ਕਹਿੰਦਾ ਜੀ ਮੇਰਾ ਕੰਮ ਨਹੀਂ ਚੱਲਦਾਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਕਹਿੰਦਾ ਬਾਬਾ ਜੀ ਮੇਰਾ ਕੰਮ ਨਹੀਂ ਚੱਲਦਾ। ਬਾਬਾ ਜੀ ਨੇ ਪੁੱਛਿਆ ਤੁਸੀਂ ਕੰਮ ਕੀ ਕਰਦੇ ਹੋ? ਕਹਿੰਦਾ ਜੀ ਡਰਾਈਵਰ ਹਾਂ। ਬਾਬਾ ਜੀ ਨੇ ਮਾਲਾ ਦੇ ਦਿੱਤੀ। ਕਹਿੰਦਾ ਵੀ ਇਹਨੂੰ ਫੇਰ 8 ਦਿਨ ਤੇਰਾ ਕੰਮ ਚੱਲੇਗਾ। ਉਹ ਮਾਲਾ ਫੇਰੀ, 8 ਦਿਨ ਆਇਆ। ਕਹਿੰਦਾ ਬਾਬਾ ਜੀ ਮਾਲਾ ਫੇਰੀ, ਕੰਮ ਨਹੀਂ ਚੱਲਿਆ। ਕਹਿੰਦਾ ਵੀ ਕੰਮ ਕੀ ਕਰਦਾ? ਕਹਿੰਦਾ ਜੀ ਦੱਸਿਆ ਸੀ ਮੈਂ ਡਰਾਈਵਰ ਹਾਂ। ਤੇ ਕਹਿੰਦਾ ਵੀ ਜਦੋਂ ਤੂੰ ਗੱਡੀ ਚਲਾਉਂਦਾ ਮਾਲਾ ਕਿੱਦਾਂ ਫੇਰੀ ਹੋਏਗੀ? ਕਹਿੰਦਾ ਜੀ ਮਾਲਾ ਕੀ ਫੇਰਨੀ ਹੈਗੀ, ਬੜੀ ਤੇਜ਼ ਫੇਰੀ। ਕਹਿੰਦਾ ਕਿੱਦਾਂ ਫੇਰੀ? ਕਹਿੰਦਾ ਗੱਡੀ ਦੇ ਟਾਇਰ ਨਾ ਬਣਤੀ ਆਪੇ ਘੁੰਮੀ ਗਈ। ਹੁਣ ਇਹਦੀ ਕਿਹੜੀ ਗਾਰੰਟੀ ਵੀ ਕਿੰਨਾ ਘੁੰਮੀ? ਉਹ ਕਹਿੰਦਾ ਏਦਾਂ ਕੰਮ ਨਹੀਂ ਚੱਲਣਾਗਾ, ਵੀ ਉਹਦੀ ਕੀ ਗਿਣਤੀ ਨਹੀਂ ਹੋ ਸਕਦੀ ਕਿੰਨੀ ਸਪੀਡ ਹੈ। ਗੱਲ ਸਪੀਡ ਦੀ ਨਹੀਂ ਹੈ, ਗੱਲ ਸਤਿਕਾਰ ਦੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਅਰਦਾਸ ਸ਼ਬਦਾਂ ਦੀ ਮੁਤਾਜ ਨਹੀਂ ਹੈ, ਅਰਦਾਸ ਭਾਵਨਾ ਦੀ ਮੁਤਾਜ ਹੈ। ਤੁਹਾਡੇ ਅੰਦਰ ਭਾਵਨਾ ਕਿੰਨੀ, ਅੰਦਰੋਂ ਦਿਲ ਦੀਆਂ ਗਹਿਰਾਈਆਂ ਤੋਂ ਭਾਵੇਂ ਤੁਸੀਂ ਛੋਟੇ ਸ਼ਬਦਾਂ 'ਚ ਅਰਦਾਸ ਕਰ ਦਿਓ, ਉਹ ਵੀ ਤੁਹਾਡੀ ਪ੍ਰਵਾਨ ਹੋ ਜਾਏਗੀ। ਸ਼ਬਦ ਜਿੰਨੇ ਮਰਜ਼ੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੋਲੋ, ਪ੍ਰਵਾਨ
नहीं होंदी। इसलिए भावना होनी चाहिए हिरदे दे अंदर, बिरथी कदे ना होवी जन की अरदास, नानक जोर गोबिंद का पूर्ण गुणतास। इत्थे हुण श्री हरमंदर साहिब दरबार साहब जी दे हैड ग्रंथी भाई मनी सिंह जी नूं थापिया गया है। पहले हन दरबार साहिब दे हैड ग्रंथी बाबा बुढ़ा साहिब। बुढ़ा साहिब खोलो ग्रंथ ले आवाज सुनै सब पंथ, अदब सैत ग्रंथ तब खोला। शब्द सुने हो जी, अदब सैत ग्रंथ तब खोला, ले आवाज बुढ़ा मुख बोला। हुण गल अदब दी आ गई ना, गल सत्कार दी आ गई। साध संगत जिन्ना सत्कार करांगे गुरु दा उन्ना ही घट है। दर्शन देख जीवा गुर तेरा, पूर्ण कर्म होए प्रभ मेरा। यह है दिल दी अरदास। दिलों जदों अरदास हो जाती है। मैं एक घटना तुहाडे सामने रखा। इंग्लैंड तो एक गोरा श्री हरमंदर साहिब दरबार साहिब आया। वो आया तो घूमण लई सीगा, पर उसने श्री हरमंदर साहिब जी दे दर्शन करे। ਉਹਦੇ मन की भावना इतनी बन गई कि जांदा होया हरमंदर साहिब की तस्वीर अपने घर लै गया। डॉक्टर सलूप सिंह जी अलग ने एक घटना अपनी किताब च जिक्र किया है। दो घटनावां का उन्होंने जिक्र किया है हरमंदर साहिब का। वो कहते भी जदों मैं इंग्लैंड उस गोरे नूं मिलिया, डॉक्टर सलूप सिंह कहते वो श्री हरमंदर साहिब जी की तस्वीर अगे बैठा। गल भावना दी है, इसनूं तुसीं नैगेटिव ना लेना, मैं मूर्ति पूजा की गल नहीं कर रहा गा। डॉक्टर सलूप सिंह जी कहते मैं उस अंग्रेज नूं गोरे नूं पुछया भी तू हरमंदर साहिब की फोटो अगे बैठ के की करदा? कहता जी मैं कीर्तन सुनदा वां। समझ आ रही है जी गल? कहता मैं कीर्तन सुनदा वां, क्योंकि वो इन्ना जुड़ गया सी, उन्होंने ज्ञान हो गया। काफ़ी साल उन्हें हो गए सन गुरबाणी ना गुरुद्वारे जांदियां भी, बाणी नूं पढ़दियां सर्च करिया उसने। वो कहते किदां कीर्तन सुनते हो तुसीं? ना तो कोई इंस्ट्रूमेंट वज रहा है, ना कोई गा रहा इत्थे, ना तुसीं गा रहे हो, सुनते किदां हो? वो कहता मैं तुहानूं हुण ये दस सकदा हाँ कि श्री हरमंदर साहिब किहड़ा शब्द चल रहा है। आखो सतनाम श्री। ये दिल दीयां गल है, गल भावना दी है। ये दिल दी जे बेबे नानकी दी भावना है ते गुरु नानक कित्थे बैठा होया कहंदा बेबे ने याद कर लिया है। गल प्यार दी है। तुसी कित्थे भी चले जाओ, जदों दिल दी गल बन जाती है ते फिर तुहाडे आ दुनियावी फोनां दी लोड़ नहीं रहिंदी। गल है भावना दी। देखो जिथे एक नूं ज्ञान हो गया है। और हाजी मुहम्मद साहब ने तो जदों चौर बनाया मक्के लई लिजाण वास्ते, ਉਹਦੀ ਭਾਵਨਾ ਐਸੀ ਬਣੀ ਕਿ ਉਹਦੇ ਕਦਮ ਮੱਕੇ ਵੱਲ ਨਹੀਂ ਗਏ, ਉਹਦੇ ਕਦਮ ਹੀ ਹਰਮੰਦਰ ਸਾਹਿਬ ਵੱਲ ਆ ਗਏ ਸਨ। ਉਹ ਕਹਿੰਦਾ ਦੁਨੀਆ ਦੇ ਅੰਦਰ ਅਗਰ ਕੋਈ ਪਵਿੱਤਰ ਅਸਥਾਨ ਹੈ, ਕੋਈ ਹੈ ਤਾਂ ਉਹ ਸ੍ਰੀ ਹਰਮੰਦਰ ਸਾਹਿਬ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ ਸੀ, ਕਹਿਣ ਲੱਗਾ ਗੁਰੂ ਕਿਆ ਸਿੱਖਾ ਜਦੋਂ ਤੈਨੂੰ ਹਰਮੰਦਰ ਸਾਹਿਬ ਜਾਣ ਦਾ ਸਮਾਂ ਮਿਲੇ ਤੇ ਤੂੰ ਸਰੋਵਰ ਦੀਆਂ ਪਰਕਰਮਾਂ ਤੇ ਇੱਕ ਇੱਕ ਕਦਮ ਬੜੇ ਪਿਆਰ ਨਾਲ ਰੱਖੀ ਜੇ। ਕਹਿੰਦੇ ਪੁੱਛਿਆ ਕਿਉਂ? ਕਹਿੰਦਾ ਜੋ ਤੂੰ ਸੰਗਮਰਮਰ ਦੇ ਪੱਥਰ ਹਰਮੰਦਰ ਸਾਹਿਬ ਦੇ ਪ੍ਰਕਰਮਾਂ 'ਚ ਵੇਖ ਰਿਹਾ ਹੈ, ਉਹ ਪੱਥਰ ਨਹੀਂ ਹਨ, ਉਹਨਾਂ ਪੱਥਰਾਂ ਦੇ ਥੱਲੇ ਗੁਰੂ ਨਾਨਕ ਦੇ ਸਿੱਖਾਂ ਦੇ ਸਿਰ ਲੱਗੇ ਹੋਏ ਹਨ। ਤੇਰੇ ਤੇਜ਼ ਚੱਲਣ ਦੇ ਨਾਲ ਕਿਤੇ ਉਸ ਸਿੱਖ ਦੇ ਸਿਰ ਨੂੰ ਠੇਸ ਨਾ ਪਹੁੰਚ ਜਾਏ, ਇਸ ਕਰਕੇ ਦਰਬਾਰ ਸਾਹਿਬ ਜਦੋਂ ਜਾਏਗਾ ਤੇ ਉੱਥੇ ਇੱਕ ਕਦਮ ਬੜੇ ਪਿਆਰ ਨਾਲ ਰੱਖੀ ਜੇ। ਇਹ ਹੈ ਭਾਵਨਾ ਦੀ ਗੱਲ, ਇਹ ਹੈ ਗੱਲ ਪਿਆਰ ਦੀ। ਸਾਧ ਸੰਗਤ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜੇ, ਗੁਰੂ ਦੀ ਰਹਿਮਤ ਹੋ ਜਾਵੇ, ਉੱਥੇ ਫਿਰ ਕੋੜੀ ਵੀ ਠੀਕ ਹੋ ਜਾਂਦੇ ਨੇ, ਉੱਥੇ ਫਿਰ ਕੈਂਸਰ ਵਾਲੇ ਵੀ ਠੀਕ ਹੋ ਜਾਂਦੇ ਹਨ, ਜਦੋਂ ਦਿਲ ਦੀ ਗੱਲ ਦੀ ਬਣ ਜਾਵੇ। ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਜੀ ਨੂੰ ਬਣਾਇਆ ਗਿਆ ਹੈ। ਔਰ ਭਾਈ ਮਨੀ ਸਿੰਘ ਜੀ ਨੇ 1734 ਦੇ ਵਿੱਚ ਹੀ ਇੱਕ ਫਿਰ ਸਰਬੱਤ ਖਾਲਸਾ ਬੁਲਾਇਆ ਹੈ, ਕਿਉਂਕਿ ਹਾਲਾਤ ਥੋੜੇ ਠੀਕ ਹੋ ਗਏ ਕੌਮ ਦੇ। ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਲਿਖੀਆਂ ਨੇ ਕਿ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਹਨ, ਉਹ ਦੀਵਾਲੀ ਤੇ ਵਹੀਰਾਂ ਘੱਤ ਕੇ ਪਹੁੰਚੋ, ਕਿ ਦੀਵਾਲੀ ਤੇ ਦੀਵਾਨ ਸਜਾਇਆ ਜਾਏਗਾ। ਬਕਾਇਦਾ ਜਿਹੜਾ ਹੁਣ ਅਬੁਦ ਸਮਦ ਖਾਨ ਨੂੰ ਹਟਾ ਕੇ 1726 ਦੇ ਵਿੱਚ ਇਸੇ ਦਾ ਹੀ ਪੁੱਤਰ ਜ਼ਕਰੀਆ ਖਾਨ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ ਹੈ। ਔਰ ਜ਼ਕਰੀਆ ਖਾਨ ਨੂੰ ਮੁਲਤਾਨ ਦਾ ਗਵਰਨਰ ਬਣਾ ਦਿੱਤਾ, ਖਿਮਾ ਕਰਨਾ, ਅਬੁਲ ਸਮਦ ਖਾਨ ਨੂੰ ਜਿਹੜਾ ਹੈ ਉਹ ਮੁਲਤਾਨ ਭੇਜ ਦਿੱਤਾ ਜਾਂਦਾ, ਉੱਥੋਂ ਦਾ ਗਵਰਨਰ ਬਣਾ ਦਿੱਤਾ। ਇਸੇ ਦੇ ਪੁੱਤਰ ਨੂੰ ਜਿਹੜਾ ਹੈ ਜ਼ਕਰੀਆ ਖਾਨ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਜਾਂਦਾ ਹੈ। ਹੁਣ ਭਾਈ ਮਨੀ ਸਿੰਘ ਜੀ ਦੇ ਨਾਲ ਜਿਹੜੀ ਵਿਚਾਰ ਹੁੰਦੀ ਹੈ, ਉਹ ਕਹਿੰਦੇ ਵੀ ਦੀਵਾਲੀ ਦਾ ਦੀਵਾਨ ਸਜਾਣਾ ਹੈ ਤਾਂ ਤੁਹਾਨੂੰ ਸਰਕਾਰ ਨੂੰ 10,000 ਰੁਪਈਆ ਟੈਕਸ ਦੇਣਾ ਪਏਗਾ।
ਭਾਈ ਮਨੀ ਸਿੰਘ ਜੀ ਨੇ 5000 ਰੁਪਇਆ ਮੌਕੇ ਤੇ ਦੇ ਕੇ ਪ੍ਰਵਾਨਗੀ ਲੈ ਲਈ। ਜ਼ਕਰੀਆ ਖਾਨ ਨੇ ਲਖਪਤ ਰਾਏ ਤੇ ਜਸਪਤ ਰਾਏ, ਇਹ ਦੋਨੇ ਹਿੰਦੂ ਰਾਜੇ ਨੇ, ਇਹਨਾਂ ਨੇ ਵਿਚਾਰ ਕੀਤੀ ਹੈ ਕਿ ਸਿੱਖ ਜਿਹੜੇ ਹਨ ਦੀਵਾਲੀ ਤੇ ਬਹੁਤ ਇਕੱਠੇ ਹੋਣਗੇ, ਔਰ ਦੀਵਾਲੀ ਤੇ ਜਦੋਂ ਇਕੱਠ ਹੋਏਗਾ ਤਾਂ ਉੱਪਰ ਫਿਰ ਇਹਨਾਂ ਦੇ ਹਮਲਾ ਕੀਤਾ ਜਾਏਗਾ ਤੇ ਬਹੁਤ ਵੱਡੀ ਗਿਣਤੀ 'ਚ ਇਹਨਾਂ ਨੂੰ ਮਾਰਿਆ ਜਾਏਗਾ। ਇਸੇ ਤਰ੍ਹਾਂ ਹੀ ਸਰਕਾਰ ਨੇ ਜੂਨ 1984 ਦੇ ਵਿੱਚ ਜਿਹੜਾ ਟਾਰਗੇਟ ਚੁਣਿਆ ਸੀ, ਉਸ ਵਕਤ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਸੀਗਾ, ਔਰ ਸ਼ਹੀਦੀ ਪੁਰਬ ਤੇ ਸੰਗਤ ਬਹੁਤ ਗਿਣਤੀ ਵਿੱਚ ਆਈ ਸੀਗੀ। ਬਾਹਰੋਂ ਆਉਣ ਵਾਲੀ ਸੰਗਤ ਨੂੰ ਜਿਹੜਾ ਸੀਗਾ ਉਹ ਅੰਦਰ ਜਾਣ ਦਿੱਤਾ ਜਾ ਰਿਹਾ ਸੀ, ਲੇਕਿਨ ਜਿਹੜੀ ਅੰਦਰ ਸੀ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀਗਾ। ਤੋ ਸਾਧ ਸੰਗਤ ਇਸੇ ਤਰ੍ਹਾਂ ਉਹ ਦੀਵਾਲੀ ਦੇ ਦੀਵਾਨ ਤੇ ਉਹਨਾਂ ਨੇ ਵਿਚਾਰ ਬਣਾਈ ਕਿ ਸੰਗਤ ਜਦੋਂ ਬਹੁਤ ਗਿਣਤੀ 'ਚ ਪਹੁੰਚੇਗੀ ਇਹਦੇ ਵਿੱਚ ਹਮਲਾ ਕੀਤਾ ਜਾਏਗਾ। ਲਖਪਤ ਰਾਏ ਤੇ ਜਸਪਤ ਰਾਏ ਦੋਨੇ ਸਕੇ ਭਰਾ ਹਨ। ਇਹ ਜਿਹੜੇ ਹਨ ਫੌਜਾਂ ਲੈ ਕੇ ਦੀਵਾਲੀ ਦੇ ਵਾਲੇ ਦਿਨ ਹੀ ਹਰਮੰਦਰ ਸਾਹਿਬ ਤੇ ਹਮਲਾ ਕਰਦੇ ਹਨ। ਅਗਲੀ ਕਾਰਵਾਈ ਜਿਹੜੀ ਕੀ ਹੁੰਦੀ ਹੈ, ਕਿਹੜੇ ਕਿਹੜੇ ਸਿੱਖ ਗ੍ਰਿਫਤਾਰ ਹੋਣਗੇ, ਭਾਈ ਮਨੀ ਸਿੰਘ ਜੀ ਦੀ ਘਰਵਾਲੀ, ਉਹਨਾਂ ਦੇ ਕਿੰਨੇ ਪੁੱਤਰ, ਹੋਰ ਕਿਹੜੇ ਸਿੱਖ ਜਿਹੜੇ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਲਾਹੌਰ ਲੈ ਕੇ ਜਾਏ ਗਏ, ਉੱਥੇ ਕਿਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਕਿਸ ਤਰ੍ਹਾਂ ਫਿਰ ਦੁਬਾਰਾ ਜਿਹੜਾ ਹਨ ਉਹ ਸਰਬੱਤ ਖਾਲਸਾ ਇਕੱਠਾ ਹੋਏਗਾ। ਅਗਲੀ ਜਿਹੜੀ ਵਿਚਾਰ ਹੈ 1734 ਦੀ, ਉਹ ਕੱਲ ਸਵੇਰ ਦੇ ਦੀਵਾਨ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਆਪ ਆਉਂਦੇ ਹੋ, ਕੋਸ਼ਿਸ਼ ਕਰੋ ਕਿ ਨੌਜਵਾਨ ਬੱਚੇ ਵੀ ਜਿਹੜੇ ਹਨ ਸਾਡੇ, ਕਿਉਂਕਿ ਸਕੂਲ ਜੇ ਚੱਲ ਰਹੇ ਬੜੀ ਅੱਛੀ ਗੱਲ ਹੈ, ਸਕੂਲ ਤਕਰੀਬਨ ਬੰਦ ਨੇ, ਔਰ ਜਿਹੜੇ ਛੋਟੇ ਬੱਚੇ ਨੇ ਉਹ ਮਾਂ-ਬਾਪ ਪ੍ਰੇਰਣਾ ਹੈ। ਦੇਖੋ ਬੱਚੇ ਉੱਠ ਸਕਦੇ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਸਵੇਰੇ ਨਹੀਂ ਉੱਠ ਸਕਦੇਗੇ। वो कौन सा उगता हुआ जो हो नहीं सकता, कोशिश करे इंसान तो क्या हो नहीं सकता। वी कैन डू इट, ਅਸੀਂ ਕਰ ਸਕਦੇ ਹਾਂ। ਜਿੱਥੇ ਤੁਸੀਂ ਆਪ ਪਾਉਂਦੇ ਹੋ, ਮੇਰੀ ਬੇਨਤੀ ਹੈ ਉੱਥੇ ਬੱਚਿਆਂ ਨੂੰ ਵੀ ਤੁਸੀਂ ਜ਼ਰੂਰ ਨਾਲ ਲੈ ਕੇ ਆਇਆ ਕਰੋ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु रूप गुरु की साजी नवाजी साध संगत, वाहेगुरु जी का खालसा, वाहेगुरु जी की फतेह। साध संगत जी वडभागी हो आप सब, धनता दे योग हो जो निता प्रति अमृत वे गुरु दरबार दी हाजिरियां भरदे हो ਅਤੇ ਜੋਗੇ ਜੋਗੇ ਢਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ 'ਚ ਬੈਠ ਕੇ ਉਸ ਮਾਲਕ ਦੀ ਇਲਾਹੀ ਬਾਣੀ ਦਾ ਰਸ ਮਾਣਦੇ ਹੋ। ਆਪਣੇ ਜੀਵਨ ਦੀਆਂ ਘੜੀਆਂ ਉਸ ਸਾਹਿਬਾਨ ਦੀ ਉਸਤ ਕਰਕੇ ਸਿਫਤ ਸਲਾਹ ਕਰਕੇ ਉਸ ਨੂੰ ਸਫਲ ਕਰਨ ਦਾ ਯਤਨ ਕਰਦੇ। ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਜੋ ਕੱਲ ਤੋਂ ਸੰਗਤਾਂ ਦੀ ਸੇਵਾ ਸਿੱਖ ਇਤਿਹਾਸ ਸਰਣ ਕਰਵਾ ਕੇ ਕਰ ਰਹੇ ਹਨ, ਇਹਨਾਂ ਦੀ ਸੇਵਾ 14 ਤਰੀਕ ਤੱਕ ਹੈ। 8:30 ਵਜੇ ਤੋਂ ਲੈ ਕੇ 9:15 ਤੱਕ ਦਾ ਸਮਾਂ ਹੈ। ਜਿਸ ਤਰ੍ਹਾਂ ਸੰਗਤ 'ਚ ਵਾਧਾ ਹੈ, ਸੋ ਸਤਿਗੁਰੂ ਕਿਰਪਾ ਕਰਨ ਹੋਰ ਵੀ ਸੰਗਤਾਂ ਨੂੰ ਅਸੀਂ ਪ੍ਰੇਰ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਜੁੜਨ ਦੀ ਕਿਰਪਾ ਕਰੀਏ, ਕੋਸ਼ਿਸ਼ ਕਰੀਏ ਤਾਂ ਕਿ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਦਾ, ਉਸ ਦਾ ਵੱਧ ਤੋਂ ਵੱਧ ਫਾਇਦਾ ਲਾਭ ਉਠਾ ਸਕੀਏ। ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਸਨ ਭਾਵਨਾ ਦੀ ਗੱਲ, ਭਾਵਨਾ ਦੇ ਨਾਲ ਹੀ ਸਭ ਕੁਝ ਇਨਸਾਨ ਨੂੰ ਮਿਲਦਾ ਹੈ। ਸਤਿਗੁਰੂ ਨੂੰ ਜਿਹਾ ਕੋਈ ਇੱਛਦਾ ਤੇ ਇਹ ਫਲ ਪਾਵੇ ਕੋਈ। ਜਿਸ ਤਰ੍ਹਾਂ ਹੀ ਭਾਵਨਾ ਨਾਲ ਸਮਾਰੋਹ ਨੂੰ ਉਹਦਾ ਇੱਛਾਂਗੇ, ਉਹਦੀ ਬੇਨਤੀ ਕਰਾਂਗੇ, ਉਹ ਹੀ ਉਸੇ ਤਰ੍ਹਾਂ ਹੀ ਮਾਰਗ ਨੂੰ ਫਲ ਦੇਣਾ। ਸੋ ਸਤਿਗੁਰੂ ਕਿਰਪਾ ਕਰਨ ਅਸੀਂ ਆਪਣੀ ਭਾਵਨਾ ਨੂੰ ਇਸ ਤਰ੍ਹਾਂ ਦਾ ਬਣਾ ਲਈਏ ਕਿ ਸਾਡੇ ਵਿੱਚ ਹੀ ਗੁਰੂ ਦਾ ਵਾਸਾ ਹੋਵੇ, ਗੁਰੂ ਦੇ ਚਰਨਾਂ ਦੇ ਸਾਡੇ ਵਿੱਚ ਵਾਸਾ ਹੋਵੇ। ਅਸੀਂ ਗੁਰੂ ਦੇ ਨਾਲ ਅੰਗ ਸੰਗ ਰਹੀਏ, ਹਰ ਵੇਲੇ ਗੁਰੂ ਸਾਡੇ ਅੰਗ ਸੰਗ ਰਹੇ। ਸੋ ਸਤਿਗੁਰੂ ਕਿਰਪਾ ਕਰਨ।